देख तुम्हारा दर्शनो मेरा मन धीरे। सजन सचा पातशाहो सिर सहांदै साहो। जिस पास बैठिया सोहीऐ सबना दा विसाहो। जिस पास बैठिया सोहीऐ सबना दा विसाहो। वाहिगुरु जी तनासरी भगत रविदास जी की एक ओंकार सतगुर प्रसाद। हम सर दीन दयाल ना तुम सर। अब पतियार क्या कीजै बचनी तोर मोर मन मानै। जन कौ पूरन दीजै हम सर दीन दयाल ना तुम सर। अब पतियार क्या कीजै बचनी तोर मोर मन मानै। जन कौ पूरन दीजै हਉ बल बल जाऊं रमैया कारने। कारण कवन अबोल रहाओ। बहुत जन्म बिछुरे थे माधव एहो जन्म तुम्हारे लिखे। कह रविदास आस लग जीवों चिर भयो दर्शन देखे। बहुत जन्म बिछुरे थे माधव एहो जन्म तुम्हारे लिखे। कह रविदास आस लग जीवों चिर भयो दर्शन देखे। वाहिगुरु जी का खालसा वाहिगुरु जी की फतेह। गरीब नवाज चवर छतर तख्त दे मालिक कृपालू दयालू सर्ब कला समरथ राजान राज पानान पान देवान देव उपमा महान। शहनशाह पातशाह 10 पातशाहियां दे साक्षात स्वरूप धन गुरु गुरु ग्रंथ साहिब जी समरथ मालक पातशाह दी पावन गोद अंदर हजूर शहनशाह बाजां वाले गुर कलगीधर पातशाह सतगुरु गुरु गोबिंद सिंह साहिब महाराज जी दे इस निवाजे हुए महान बरकतां नाल भरे पवित्र अस्थान गुरुद्वारा श्री बाल लीला श्री मैनी संगत जी साहिब विखे हजूर पातशाह की पावन निगी गोद अंदर ਅਤੇ ਧੰਨ ਗੁਰ ਕਲਗੀਧਰ ਪਾਤਸ਼ਾਹ ਜੀ ਦੇ ਧਰਮ ਮਾਤ ਮਾਤਾ ਵਿਸ਼ੰਭਰਾ ਦੇਵੀ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਬੜੇ ਪਿਆਰ ਦੇ ਨਾਲ ਬੜੇ ਅਕੀਦੇ ਸ਼ਰਧਾ ਦੇ ਨਾਲ ਸਜ ਬੈਠੇ ਗੁਰੂ ਸਵਾਰੇ ਖਾਲਸਾ ਜੀ। ਆਓ ਸਾਹਿਬ ਜੀ ਨੇ ਤਰਸ ਕੀਤਾ ਹੈ ਕਿ ਮਾਲਕ ਪਾਤਸ਼ਾਹ ਜੀ ਨੇ ਆਪਣੇ ਬਖਸ਼ਿਸ਼ਾਂ ਭਰੇ ਖਜ਼ਾਨੇ ਦੇ ਵਿੱਚੋਂ ਸਭ ਤੋਂ ਵੱਡੀ ਬਖਸ਼ਿਸ਼ ਸਤ ਸੰਗਤ ਦੀ ਇਹ ਘੜੀ ਜਿਹੜੀ ਸਾਨੂੰ ਬਖਸ਼ੀ ਹੈ। ਦੁਨੀਆ 'ਤੇ बड़ी उठी होवेगी कोई शक नहीं। जिवें ही सवेर का सूरज चढ़िया बड़े लोगों ने जागना किया है पर बहुत लोग उठते सार कोई सैर ते तुर पिया होवेगा, कोई उठते सार अपने काम धंधा लई तुर पिया होएगा, कोई उठते सार संसार दे बहुत ज़्यादा रुझेवियां दे विच उलझिया होएगा।
ਰਾਹੀ ਜਿਹੜੇ ਨੇ ਉੱਠ ਕੇ ਆਪਣੀਆਂ ਮੰਜ਼ਿਲਾਂ ਨੂੰ ਪਾਉਣ ਵਾਸਤੇ ਤੁਰ ਪਏ ਹੋਣਗੇ। ਪਰ ਇਹ ਜ਼ਰੂਰੀ ਨਹੀਂ ਕਿ ਜਿੰਨਾ ਸੰਸਾਰ ਇਸ ਵੇਲੇ ਉੱਠਿਆ ਤੇ ਬਹੁਤ ਜ਼ਿਆਦਾ ਤੇ ਸ਼ਾਇਦ ਸੁੱਤੇ ਵੀ ਪਏ ਹੋਣਗੇ। ਜਿੰਨੇ ਕੁ ਉੱਠੇ ਹੋਣਗੇ, ਇਹ ਜ਼ਰੂਰੀ ਨਹੀਂ ਕਿ ਮਾਲਕ ਨੇ ਸਾਰਿਆਂ ਨੂੰ ਸਤ ਸੰਗਤ ਦੀ ਘੜੀ ਬਖਸ਼ੀ ਹੋਵੇਗੀ। ਇਸ ਕਰਕੇ ਦਾਤੇ ਦਾ ਬੜਾ ਵੱਡਾ ਇਹ ਤਰਸ ਹੋਇਆ ਹੈ ਕਿ ਸਾਨੂੰ ਤੁਹਾਨੂੰ ਇਹ ਮੁਬਾਰਕ ਗੋਦ ਨਸੀਬ ਹੋਈ ਹੈ। ਹਜ਼ੂਰ ਪਾਤਸ਼ਾਹ ਅੰਮ੍ਰਿਤ ਵੇਲੇ ਇਹਨਾਂ ਪਾਵਨ ਅਸਥਾਨਾਂ ਤੋਂ ਜੋ ਮੁੱਖ ਵਾਕ ਸਾਹਿਬ ਬਖਸ਼ਿਸ਼ ਕਰਕੇ ਨਿਵਾਜਿਆ ਹੈ, ਪਾਤਸ਼ਾਹ ਜੀ ਦੀ ਇਸ ਮੁਬਾਰਕ ਬਖਸ਼ਿਸ਼ ਨੂੰ ਮੰਨਣ ਦਾ ਯਤਨ ਕਰੀਏ। ਭਗਤ ਰਵਿਦਾਸ ਸਾਹਿਬ ਜੀ ਦੇ ਇਹ ਮੁਬਾਰਕ ਬਚਨ ਜੋ ਮੁੱਖ ਵਾਕ ਸਾਹਿਬ ਜੀ ਦੇ ਰੂਪ ਅੰਦਰ ਪ੍ਰਾਪਤ ਹੋਏ ਨੇ, ਭਗਤ ਸਾਹਿਬ ਜੀ ਜੋ ਅੱਜ ਕਿਰਪਾ ਕਰਨਗੇ, ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੇ ਅੱਗੇ ਜੋ ਤਰਲਾ ਲੈਣਗੇ, ਅਸੀਂ ਤੁਸੀਂ ਜਿੰਨੇ ਵੀ ਸੰਸਾਰੀ ਜੀਵ ਹਾਂ, ਇੰਜ ਸਮਝ ਲਈਏ ਕੋਈ ਦੋ ਰਾਏ ਨਹੀਂ ਹੈ ਕਿ ਇਸ ਸ਼ਬਦ ਦੇ ਦੁਆਰਾ ਭਗਤ ਜੀ ਉਸ ਪਰਮੇਸ਼ਰ ਦੇ ਅੱਗੇ ਤਰਲਾ ਲੈਣ ਦੀ ਇੱਕ ਜਾਚ ਸਿਖਾਉਣਗੇ। ਔਰ ਦੂਸਰਾ, ਕੱਲੀ ਜਾਚ ਹੀ ਨਹੀਂ ਸਿਖਾਉਣਗੇ, ਜਦੋਂ ਤੈਨੂੰ ਉਹਦੇ ਦੀਦਾਰ ਹੋਣ ਕਦੀ, ਤਾਂ ਤੂੰ ਉਹਦਾ ਅਦਬੋ ਸਤਿਕਾਰ ਕਿਸ ਤਰ੍ਹਾਂ ਕਰਨਾ ਹੈ। ਕਿਉਂਕਿ ਪਹਿਲੀ ਖੇਡ ਹੁੰਦੀ ਪਰਮੇਸ਼ਰ ਨੂੰ ਮਿਲਣ ਦੀ, ਤੇ ਕਈ ਵਾਰ ਜੇ ਕਿਤੇ ਉਹਦੀ ਝਲਕ ਪੈ ਜਾਵੇ ਤੇ ਝਲਕ ਪੈਣ ਤੋਂ ਬਾਅਦ ਉਹਦੇ ਨਾਲ ਸਾਂਝ ਕਿਵੇਂ ਬਣਾ ਕੇ ਰੱਖਣੀ ਹੈ, ਇਹ ਔਖਾ ਹੈ ਕਿਸੇ ਮੰਜ਼ਿਲ ਤੇ ਪਹੁੰਚਣਾ। ਪਰ ਉਸ ਤੋਂ ਵੀ ਔਖਾ ਹੈ ਉਸ ਮੰਜ਼ਿਲ ਤੇ ਟਿਕ ਕੇ ਰਹਿਣਾ, ਇਹ ਉਸ ਤੋਂ ਵੀ ਔਖਾ ਹੈ। ਜਿਵੇਂ ਕਹਿ ਲਓ ਵੀ ਪਹਾੜ ਦੇ ਉੱਤੇ ਚੜ੍ਹਨਾ ਔਖਾ ਹੈ, ਪਰ ਬਾਅਦ ਵਿੱਚ ਉਸ ਚੋਟੀ ਦੇ ਉੱਤੇ ਜਿੱਥੇ ਤੇਜ਼ ਹਵਾਵਾਂ ਚੱਲਦੀਆਂ ਹੋਣ, ਜਿੱਥੇ ਠੰਡੀਆਂ ਹਵਾਵਾਂ ਚੱਲਦੀਆਂ ਹੋਣ, ਜਿੱਥੇ ਬਰਫ਼ ਦੇ ਗੋਲੇ ਆਸਮਾਨ ਵਿੱਚੋਂ ਡਿੱਗਦੇ ਹੋਣ, ਜਿੱਥੇ ਸਾਹ ਲੈਣਾ ਔਖਾ ਹੋ ਜਾਵੇ, ਇੰਨੀ ਆਕਸੀਜਨ ਜਿੱਥੇ ਘਟੀ ਪਈ ਹੋਵੇ, ਦੁਨੀਆ ਦੇ ਇਸ ਆਮ ਪੱਧਰ ਤੋਂ ਕਈ ਹਜ਼ਾਰਾਂ ਫੁੱਟ ਉਤਾਂ ਚਲੇ ਜਾਣਾ ਇਹ ਮੁਸ਼ਕਿਲ ਤੇ ਹੈ। ਪਰ ਉੱਥੇ ਜਾ ਕੇ ਇਹਨਾਂ ਸਾਰੀਆਂ ਔਖਿਆਈਆਂ ਦਾ ਮੁਕਾਬਲਾ ਕਰਕੇ ਟਿਕ ਕੇ ਰਹਿਣਾ ਉਸ ਤੋਂ ਵੀ ਜ਼ਿਆਦਾ ਮੁਸ਼ਕਿਲ ਹੈ। ਪਰਮੇਸ਼ਰ ਦੀ ਪ੍ਰਾਪਤੀ ਬੜੀ ਮੁਸ਼ਕਿਲ ਹੈ, ਪਰ ਜਦੋਂ ਉਹਦੀ ਪ੍ਰਾਪਤੀ ਹੋ ਜਾਵੇ ਤਾਂ ਭਗਤ ਜੀ ਅੱਜ ਇਹ ਵੀ ਸਿਖਾਉਣਗੇ ਕਿ ਉਹਦੇ ਚਰਨਾਂ ਨਾਲ ਜੁੜ ਕੇ ਕਿਵੇਂ ਰਹਿਣਾ। ਭਾਈ ਵੀਰ ਸਿੰਘ ਜੀ ਦੇ ਇੱਕ ਬੋਲ ਨੇ, ਕਹਿੰਦੇ ਐ ਮੇਰੇ ਪਰਮੇਸ਼ਰ, ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਧਾ ਗਲਵਕੜੀ ਪਾਈ, ਕਿ ਸੁਪਨੇ ਵਿੱਚ ਸਾਨੂੰ ਤੇਰੀ ਝਲਕ ਮੁਬਾਰਕ ਨਸੀਬ ਹੋਈ ਤੇ ਅਸੀਂ ਆਪਣੀ ਸੁਰਤ ਦੇ ਪੈਂਡੇ ਕਰਕੇ ਦੌੜ ਕੇ ਗਏ ਤੇ ਤੇਰੇ ਚਰਨਾਂ ਨੂੰ ਗਲਵਕੜੀ ਪਾ ਲਈ। ਪਰ ਹੋਇਆ ਕਿ ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ, ਕਿ ਅਸੀਂ ਕੋਸ਼ਿਸ਼ ਤੇ ਕੀਤੀ ਤੇਰੇ ਨਾਲ ਪਕੜ ਬਣਾਈਏ, ਤੇਰੇ ਨਾਲ ਸਾਂਝ ਬਣਾਈਏ, ਪਰ ਕਹਾਣੀ ਇਹ ਬਣ ਗਈ ਕਿ ਤੁਸੀਂ ਕੇਵਲ ਪ੍ਰਕਾਸ਼ ਸਰੂਪ, ਕੇਵਲ ਨੂਰ ਸੀ, ਉਜਾਲਾ ਸੀ, ਤੇ ਸਾਡੇ ਤੋਂ ਟਿਕਿਆ ਨਾ ਗਿਆ, ਸਾਡੇ ਹੱਥ ਕੁਛ ਵੀ ਨਾ ਆਇਆ, ਸਾਡੀ ਜਾਗ ਖੁੱਲ੍ਹ ਗਈ। ਭਾਵ ਇਹ ਭਗਤ ਰਵਿਦਾਸ ਸਾਹਿਬ ਜੀ ਅੱਜ ਇਹ ਸਮਝਾਉਣਗੇ, ਜਦੋਂ ਪ੍ਰਾਪਤੀ ਹੁੰਦੀ ਹੈ ਤਾਂ ਉਸ ਪ੍ਰਾਪਤੀ ਤੋਂ ਬਾਅਦ ਪਰਮੇਸ਼ਰ ਦੇ ਨਾਲ ਸਾਰੇ ਜਨਮਾਂ ਵਿੱਚ ਸਾਂਝ ਕਿਵੇਂ ਬਣੀ ਰਵੇ, ਜਾਂ ਉਹਦੇ ਨਾਲ ਅਭੇਦਤਾ ਕਿਸ ਤਰ੍ਹਾਂ ਪ੍ਰਾਪਤ ਹੋਵੇ, ਇਹ ਅੱਜ ਸਿਖਾਉਣਗੇ। ਤੀਸਰਾ ਕਾਰਨ ਹੈ ਪਰਮੇਸ਼ਰ ਦੇ ਚਰਨਾਂ ਵਿੱਚ ਇਹ ਤਰਲਾ ਲੈਣਾ ਕਿ ਐ ਮੇਰੇ ਅਕਾਲ ਪੁਰਖ, ਜੇ ਇਸ ਜਨਮ ਵਿੱਚ ਤੂੰ ਸਾਨੂੰ ਦੀਦਾਰ ਬਖਸ਼ ਹੀ ਦਿੱਤੇ ਨੇ, ਜੇ ਸਾਡੇ ਤੇ ਤਰਸ ਕਰਕੇ ਨਜ਼ਰੇ ਅਨਾਇਤ ਕਰ ਹੀ ਦਿੱਤੀ ਹੈ, ਤਾਂ ਫਿਰ ਸਾਡਾ ਤੇਰੇ ਚਰਨਾਂ ਵਿੱਚ ਇੱਕ ਤਰਲਾ ਹੈ ਕਿ ਅਸੀਂ ਇਹ ਜਨਮ ਵੀ ਤੇਰੇ ਲੇਖੇ ਕਰ ਦਿੱਤਾ, ਤੇ ਦਾਤਾ ਜੀ ਹੁਣ ਇਹ ਜਿਹੜਾ ਮਿਲਾਪ ਹੋਇਆ ਇਹ ਪਰਤ ਕੇ ਵਿਛੋੜੇ ਵਿੱਚ ਤਬਦੀਲ ਨਾ ਹੋਵੇ। ਕਿਉਂਕਿ ਜੇ ਇਹ ਵਿਛੋੜੇ ਵਿੱਚ ਤਬਦੀਲ ਹੋ ਗਿਆ ਤੇ ਜਿਹੜੀ ਹਾਲਤ ਸਾਡੀ ਪਹਿਲਾਂ ਸੀ, ਸਾਡੀ ਹਾਲਤ ਉਸ ਤੋਂ ਵੀ ਜ਼ਿਆਦਾ ਬਿਹਤਰ ਹੋ ਜਾਏਗੀ, ਮਾੜੀ ਹੋ ਜਾਏਗੀ। ਇਹਨੂੰ ਇੰਝ ਸਮਝ ਲਈਏ ਜਿਵੇਂ ਆਪਾਂ ਇੱਕ ਆਮ ਪੱਧਰ ਜਿਹੜਾ ਸੰਸਾਰ ਦਾ ਜ਼ਮੀਨੀ ਪੱਧਰ ਹੈ, ਅਸੀਂ ਇਹਦੇ ਤੇ ਚੱਲਦੇ ਫਿਰਦੇ ਹਾਂ। ਰੱਬ ਨਾ ਕਰੇ ਜੇ ਅਸੀਂ ਡਿੱਗ ਪਈਏ ਤੇ ਸ਼ਾਇਦ ਸਾਨੂੰ ਇੰਨੀ ਗਹਿਰੀ ਸੱਟ ਨਹੀਂ ਵੱਜੇਗੀ। ਹੋ ਸਕਦਾ ਹੈ ਵੀ ਬੰਦਾ ਡਿੱਗਦਾ ਤੇ ਕਈ ਵਾਰ ਜ਼ਿਆਦਾ ਡਿੱਗ ਪਵੇ ਤੇ ਕੋਈ ਸਰੀਰ ਤੇ ਗਹਿਰੀ ਚੋਟ ਅੰਦਰ ਵੱਜ ਜਾਂਦੀ, ਕਈ ਵਾਰ ਬਾਹਰ ਵੱਜ ਜਾਂਦੀ, ਕੋਈ ਹੱਡੀ ਪਸਲੀ ਜਿਹੜੀ ਉਹ ਟੁੱਟ ਵੀ ਜਾਂਦੀ ਹੈ। ਪਰ ਜੇ ਬੰਦਾ ਬੜੀ ਮਿਹਨਤ ਕਰਕੇ ਕਿਸੇ ਪਹਾੜ ਦੀ ਚੋਟੀ ਤੇ ਚੜ੍ਹ ਜੇ ਤੇ ਫਿਰ ਜਦੋਂ ਉੱਥੋਂ ਰੱਬ ਨਾ ਕਰੇ ਉਹਦਾ ਪੈਰ ਫਿਸਲ ਜਾਏ, ਉੱਥੋਂ ਡਿੱਗ ਜਾਵੇ, ਜਿਹੜੀਆਂ ਸੱਟਾਂ, ਜਿਹੜੇ ਦੁੱਖ ਉਹਨੂੰ ਉਦੋਂ ਪ੍ਰਾਪਤ ਹੋਣਗੇ, ਉਹ ਜ਼ਮੀਨੀ ਪੱਧਰ ਤੇ ਡਿੱਗੇ ਹੋਏ ਮਨੁੱਖ ਦੇ ਉਹ ਸੱਟਾਂ ਤੇ ਉਹ ਦੁੱਖ ਨਹੀਂ ਮਿਲਦੇ। ਭਾਵ ਇਹ ਹੈ ਕਿ ਜਿੰਨਾ ਚਿਰ ਸਾਡੇ ਕੋਲ ਉਹ ਉੱਚੀ ਆਤਮਿਕ ਅਵਸਥਾ ਨਹੀਂ, ਉਹਨਾਂ ਚਿਰ ਜਿਹੜੇ ਸਾਨੂੰ ਦੁੱਖ ਪ੍ਰਾਪਤ ਹੋ ਰਹੇ ਨੇ, ਹੈ ਤੇ ਇਹ ਵੀ ਦੁੱਖ ਨੇ, ਪਰ ਜਦੋਂ ਉਹਦਾ ਮਿਲਾਪ ਹੋ ਜਾਣਾ ਤੇ ਮਿਲਾਪ ਹੋਣ ਤੋਂ ਬਾਅਦ ਜਦੋਂ ਵਿਛੋੜਾ ਹੋਣਾ,
ਉਸ ਤੋਂ ਬਾਅਦ ਜਿਹੜਾ ਦੁੱਖ ਮਿਲੇਗਾ ਉਹ ਸਾਰਿਆਂ ਦੁੱਖਾਂ ਦਾ ਜਿਵੇਂ ਕਹਿ ਲਓ ਵੀ ਮੂਲ ਵੀ ਹੋਏਗਾ ਤੇ ਸਾਰਿਆਂ ਦੁੱਖਾਂ ਤੋਂ ਵੱਡਾ ਦੁੱਖ ਹੋਏਗਾ। ਇਹਨੂੰ ਜੇ ਹੋਰ ਵੀ ਆਪਾਂ ਸਮਝਣਾ ਹੋਵੇ ਤਾਂ ਜਿੰਨਾ ਚਿਰ ਕੋਈ ਚੀਜ਼ ਪ੍ਰਾਪਤ ਨਹੀਂ ਹੋਈ, ਜਿਵੇਂ ਅਸੀਂ ਇੰਝ ਕਹਿ ਲਈਏ ਸੰਸਾਰ ਤੇ ਇੱਕ ਬੱਚੀ ਹੈ, ਉਸ ਬੱਚੀ ਨੂੰ ਹਾਲੇ ਗ੍ਰਸਥ ਧਰਮ ਦੀ ਪ੍ਰਾਪਤੀ ਨਹੀਂ ਹੋਈ ਤਾਂ ਸ਼ਾਇਦ ਉਹਦੇ ਕੋਲ ਉਹ ਦੁੱਖ ਨਹੀਂ ਹੈ। ਜਿਸ ਦਿਨ ਉਹਨੂੰ ਗ੍ਰਸਥ ਧਰਮ ਦੀ ਪ੍ਰਾਪਤੀ ਹੋ ਗਈ, ਉਹਦੀ ਕੁੱਖ ਦੇ ਵਿੱਚ ਕੋਈ ਬਾਲ, ਕੋਈ ਬੱਚਾ ਪਰਮੇਸ਼ਰ ਨੇ ਦਾਤ ਬਖਸ਼ਿਸ਼ ਕਰ ਦਿੱਤੀ। ਰੱਬ ਨਾ ਕਰੇ, ਜਿਵੇਂ ਭਗਤ ਕਬੀਰ ਸਾਹਿਬ ਜੀ ਆਪਣੀ ਬਾਣੀ ਦੀ ਪ੍ਰਾਰੰਭਤਾ ਕਰਦਿਆਂ ਕਹਿੰਦੇ ਨੇ ਨਾ, ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਧਿਕ ਲਾਡ ਧਰ ਪੇਖਤ ਹੀ ਜਮ ਰਾਓ ਹਸੈ। ਕਿ ਭਗਤ ਸਾਹਿਬ ਜੀ ਕਹਿੰਦੇ ਵੀ ਜਿਵੇਂ ਇੱਕ ਮਾਂ ਦੇ ਕੋਲ ਬੱਚਾ ਹੋਵੇ ਤੇ ਰੱਬ ਨਾ ਕਰੇ ਵੀ ਉਹਦੇ ਨਾਲ ਐਸਾ ਹੋਵੇ, ਪਰ ਉਹਨੂੰ ਵੇਖ ਵੇਖ ਕੇ ਮੁਸਕਰਾਉਂਦੀ ਹੈ, ਪਰ ਪੇਖਤ ਹੀ ਜਮ ਰਾਓ ਹਸੈ। ਉਹ ਜਮ ਜਿਹੜਾ ਉਹਨੂੰ ਵੇਖ ਵੇਖ ਕੇ ਹੱਸਦਾ ਵੀ ਇਹ ਤੇ ਮੇਰਾ ਖਾਜਾ ਹੈ, ਮੇਰਾ ਭੋਜਨ ਹੈ। ਤੇ ਕਹਾਣੀ ਇੰਜ ਬਣ ਜਾਂਦੀ ਕਿ ਇੱਕ ਦਿਨ ਜਮ ਉਹਦੇ ਹੱਥਾਂ 'ਚ ਉਸ ਛੋਟੇ ਜਿਹੇ ਬੱਚੇ ਨੂੰ ਖੋਹ ਕੇ ਲੈ ਜਾਂਦਾ ਹੈ। ਹੁਣ ਦੁੱਖ ਤੇ ਉਹਦੇ ਕੋਲ ਪਹਿਲਾਂ ਵੀ ਸੀ, ਉਹਦੇ ਕੋਲ ਗਰੀਬੀ ਵੀ ਸੀ, ਉਹਦੇ ਕੋਲ ਸੰਸਾਰ ਦੇ ਉੱਤੇ ਸ਼ਾਇਦ ਨੀਵਾਂਪਣ ਵੀ ਸੀ, ਬੜੇ ਦੁੱਖ ਸੀਗੇ। ਪਰ ਜਦੋਂ ਉਹਦੀ ਕੁੱਖ ਦੇ ਵਿੱਚੋਂ ਉਹਨੂੰ ਖੋਹ ਲਿਆ ਗਿਆ, ਉਹ ਜਿਹੜਾ ਦੁੱਖ ਉਹਨੂੰ ਪ੍ਰਾਪਤ ਹੋਇਆ ਸਾਰੇ ਦੁੱਖਾਂ ਤੋਂ ਵੱਡਾ ਸੀ। ਭਾਵ ਜਿੰਨਾ ਚਿਰ ਕੋਈ ਚੀਜ਼ ਪ੍ਰਾਪਤ ਨਾ ਹੋਵੇ ਉਦੋਂ ਦੁੱਖ ਹੈ, ਪਰ ਜਦੋਂ ਪ੍ਰਾਪਤ ਹੋਣ ਤੋਂ ਬਾਅਦ ਸਾਡੇ ਹੱਥੋਂ ਉਹ ਚੀਜ਼ ਨਿਕਲ ਜਾਵੇ ਉਦੋਂ ਉਸ ਤੋਂ ਵੀ ਜ਼ਿਆਦਾ ਵੱਡਾ ਦੁੱਖ ਹੈ। ਪਤਾ ਭਗਤ ਸਾਹਿਬ ਜੀ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ 3 ਵਿਸ਼ਿਆਂ ਦੇ ਨਾਲ ਸਮਝਾ ਕੇ ਨਿਵਾਜਦੇ ਨੇ। ਹਜੂਰ ਪਾਤਸ਼ਾਹ ਦੇ ਚਰਨਾਂ 'ਚ ਤਰਲਾ ਲਈਏ ਕਿ ਦਾਤਾ ਸਾਨੂੰ ਇਸ ਪਾਵਨ ਸ਼ਬਦ ਦੀ ਵਿਚਾਰ ਕਰਨ ਦਾ, ਕਹਿਣ ਸੁਣਨ ਦਾ ਬਲ ਬਖਸ਼ਿਸ਼ ਕਰੋ। ਆਓ ਜਿਤਨੇ ਵੀ ਸਰੀਰ ਜੁੜ ਬੈਠੇ ਹਾਂ, ਸ਼ਬਦ ਦੀ ਪ੍ਰਾਰੰਭਤਾ ਕਰਦੇ ਹਾਂ, ਪਿਆਰ ਸਹਿਤ ਇੱਕ ਦਫਾ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਧਨਾਸਰੀ ਰਾਗ ਅੰਦਰ ਭਗਤ ਰਵਿਦਾਸ ਸਾਹਿਬ ਜੀ ਦੇ ਮੁਬਾਰਕ ਬਚਨ ਨੇ। ਇਹ ਭਗਤ ਰਵਿਦਾਸ ਸਾਹਿਬ ਜੀ ਦੀ ਮੁਬਾਰਕ ਬਾਣੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 694 ਅੰਗ ਤੇ ਇਹ ਮੁਬਾਰਕ ਬਚਨ ਸੁਭਾਏਮਾਨ ਨੇ। ਹਜੂਰ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜਦੋਂ ਇਹਨਾਂ ਪਾਵਨ ਬਚਨਾਂ ਨੂੰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਵਾ ਰਹੇ ਨੇ ਤਾਂ ਪਾਤਸ਼ਾਹ ਜੀ ਮੰਗਲ ਕਰਦੇ ਨੇ ਸ਼ਬਦ ਦੇ ਦਰਮਿਆਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮੇਸ਼ਰ ਇੱਕ ਹੈ, ਉਹ ਅਦੁੱਤੀ ਹੈ, ਉਹ ਸਾਰੇ ਰੂਪਾਂ, ਰੇਖਾਂ, ਰੰਗਾਂ, ਚੱਕਰਾਂ, ਚਿੰਨ੍ਹਾਂ, ਭੇਦਾਂ, ਵਰਨਾਂ, ਜਾਤਾਂ, ਪਾਤਾਂ ਤੋਂ ਪਰੇ ਹੈ। ਜਿਹਨੂੰ ਗੁਰ ਕਲਗੀਧਰ ਪਾਤਸ਼ਾਹ ਕਹਿੰਦੇ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿ ਕੁਛ ਵੀ ਨਹੀਂ ਹੈ। ਜਿਹਨੂੰ ਹਜ਼ੂਰ ਬਾਣੀ ਅੰਦਰ ਇੰਜ ਵਚਨ ਕਰਦੇ ਨੇ ਕਿ ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਰੰਗ ਨਹੀਂ, ਉਹਦੀ ਕੋਈ ਜਾਤ ਨਹੀਂ, ਕੋਈ ਚੱਕਰ ਨਹੀਂ, ਚਿੰਨ੍ਹ ਨਹੀਂ, ਵਰਨ ਨਹੀਂ। ਪਾਤਸ਼ਾਹ ਕਹਿੰਦੇ ਓਮ ਸਰਬ ਦਾ ਪ੍ਰਕਾਸ਼ਕ ਹੈ। ਫਿਰ ਉਹ ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ। ਅਸੀਂ ਤੁਸੀਂ ਜਿੰਨੇ ਵੀ ਹਾਂ, ਸਾਡੇ ਅੰਦਰ ਜਦੋਂ ਅਸੀਂ ਆਰਤੀ 'ਚ ਬਚਨ ਪੜ੍ਹਦੇ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਕਿ ਸਾਰਿਆਂ ਦੇ ਅੰਦਰ ਉਹਦੀ ਜੋਤ ਵਰਤਦੀ ਪਈ ਹੈ। ਤੇ ਜਦੋਂ ਉਹਦੀ ਜੋਤ ਵਰਤਦੀ ਹੈ, ਅਸੀਂ ਮਨੁੱਖ ਹਾਂ, ਅਸੀਂ ਚੇਤਨ ਸਰੂਪ ਹਾਂ, ਅਸੀਂ ਇਨਸਾਨ ਹਾਂ। ਸਾਡੇ ਨਾਲ ਬੜੇ ਸ਼ਬਦ ਜਿਹੜੇ ਨੂੰ ਜੁੜ ਜਾਂਦੇ ਨੇ, ਪਰ ਜਦੋਂ ਆਪਣੀ ਜੋਤ ਖਿੱਚ ਲੈਂਦਾ ਉਸ ਤੋਂ ਬਾਅਦ ਸਾਡੇ ਨਾਲ ਜਿਹੜੇ ਸ਼ਬਦ ਜੁੜਦੇ ਨੇ, ਅਸੀਂ ਮੁਰਦਾ ਹਾਂ, ਅਸੀਂ ਇੱਕ ਡੈੱਡ ਬੋਡੀ ਹਾਂ, ਅਸੀਂ ਇੱਕ ਮ੍ਰਿਤਕ ਸਰੀਰ ਹਾਂ, ਅਸੀਂ ਇੱਕ ਪੰਜ ਭੂਤਕ ਦੇਹੀ ਹਾਂ, ਜਾਂ ਫਿਰ ਸ਼ਬਦ ਵਰਤਿਆ ਜਾਂਦਾ ਹੈ ਇਹ ਪ੍ਰੇਤ ਹੈ। ਜਿਹਨੂੰ ਬਾਣੀ ਅੰਦਰ ਅਸੀਂ ਬਚਨ ਪੜ੍ਹਦੇ ਹਾਂ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ। ਜਾਂ ਫਿਰ ਸਾਨੂੰ ਪ੍ਰੇਤ ਕਿਹਾ ਜਾਂਦਾ ਹੈ, ਮੁਰਦਾ ਕਿਹਾ ਜਾਂਦਾ ਹੈ, ਹੋਰ ਕਈ ਤਰ੍ਹਾਂ ਦੇ ਸ਼ਬਦ ਜਿਹੜੇ ਨੇ ਸਾਡੇ ਲਈ ਵਰਤੇ ਜਾਂਦੇ। ਕਾਰਨ ਜਦੋਂ ਸਾਡੇ ਵਿੱਚੋਂ ਉਹਦੀ ਜੋਤ ਜਿਹੜੀ ਬਾਹਰ ਹੋਊਗੀ, ਜਿੰਨਾ ਚਿਰ ਉਹਦੀ ਜੋਤ ਹੈ ਉਹਨਾਂ ਚਿਰ ਅਸੀਂ ਇਨਸਾਨ ਹਾਂ, ਅਸੀਂ ਜਿਉਂਦੇ ਜਾਗਦੇ ਹਾਂ, ਅਸੀਂ ਸਾਰਿਆਂ ਦੇ ਰਿਸ਼ਤੇਦਾਰ ਹਾਂ, ਰਿਸ਼ਤੇ ਨਾਤਿਆਂ ਨਾਲ ਬੱਝੇ ਹੋਏ ਹਾਂ। ਤਾਂ ਪਾਤਸ਼ਾਹ ਕਹਿੰਦੇ ਸਾਰਿਆਂ ਦੇ ਅੰਦਰ ਜੋਤ ਜਿਹੜੀ ਉਹਦੀ ਵਰਤਦੀ ਹੈ। ਇਹ ਭਲੇ ਪੁਰਖ ਜੇ ਤੇਰੇ ਅੰਦਰ ਕਦੀ ਬੈਠਿਆਂ ਬੈਠਿਆਂ ਇਹ ਭਾਵਨਾ ਪੈਦਾ ਹੋ ਜੇ, ਇਹ ਜਿਗਿਆਸਾ ਪੈਦਾ ਹੋ ਜੇ, ਕਿਤੇ ਅੰਦਰ ਇਹ ਹੁਲਾਸ ਆਵੇ, ਅੰਦਰ ਇਹ ਚਾਅ ਆਵੇ ਕਿ ਜਿਹੜਾ ਮੇਰੇ ਅੰਦਰ ਜੋਤ ਸਰੂਪ ਹੋ ਕੇ ਬੈਠਾ, ਮੈਂ ਉਸ ਮੁੱਢ ਦੇ ਨਾਲ ਜੁੜਾਂ, ਉਸ ਮੂਲ ਦੇ ਨਾਲ ਜੁੜਾਂ
ਜੇ ਕਦੀ ਤੇਰੇ ਅੰਦਰ ਇਹ ਚਾਅ ਪੈਦਾ ਹੋਵੇ, ਵੈਸੇ ਹੁੰਦਾ ਨਹੀਂ ਤੇਰੇ ਅੰਦਰ, ਪਰ ਜੇ ਕਦੀ ਰੱਬ ਦਾ ਤਰਸ ਆ ਜਾਵੇ ਵੀ ਤੈਨੂੰ ਇਹ ਚਾਅ ਪੈਦਾ ਹੋ ਜੇ, ਤਾਂ ਫਿਰ ਤੂੰ ਤੜਫੇਂਗਾ ਉਹਨੂੰ ਮਿਲਣ ਵਾਸਤੇ। ਤੇ ਇਹ ਯਾਦ ਰੱਖੀ, ਤੜਫਦਿਆਂ ਹੋਇਆਂ ਕਿਤੇ ਰਸਤਾ ਗਲਤ ਨਾ ਅਪਣਾ ਲਈ, ਕਿਉਂਕਿ ਇਹ ਵੀ ਹੈ ਜਦੋਂ ਬੰਦਾ ਇੱਕਦਮ ਬੈਠਾ ਬੈਠਾ ਦੌੜਦਾ ਨਾ, ਤੇ ਉਹ ਕਈ ਵਾਰ ਗਲਤ ਦਿਸ਼ਾ ਵੱਲ ਦੌੜ ਪੈਂਦਾ। ਜਿਹੜਾ ਤੇ ਸੋਚ ਕੇ ਚੰਗੀ ਤਰ੍ਹਾਂ ਤਰਤੀਬ ਬਣਾ ਕੇ ਤੁਰੇਗਾ, ਉਹ ਬੰਦਾ ਜ਼ਰੂਰ ਸੋਹਣੇ ਤਰੀਕੇ ਦੇ ਨਾਲ ਕਿਸੇ ਮੰਜ਼ਿਲ ਵੱਲ ਪਹੁੰਚੇਗਾ। ਕਈ ਵਾਰ ਤੁਸੀਂ ਵੇਖਿਆ ਹੋਵੇਗਾ, ਇੱਕ ਬੱਚਾ ਘਰੋਂ ਰੁੱਸ ਗਿਆ, ਉਹਦੇ ਦਿਮਾਗ ਵਿੱਚ ਬਿਲਕੁਲ ਨਹੀਂ ਸੀ ਵੀ ਮੈਂ ਕਿੱਧਰ ਨੂੰ ਜਾਣਾ, ਇੱਕਦਮ ਰੁੱਸ ਗਿਆ, ਮਾਂ ਪਿਓ ਦੇ ਨਾਲ ਘਰੋਂ ਬਾਹਰ ਹੋ ਗਿਆ। ਹੁਣ ਜਿੱਧਰ ਨੂੰ ਉਹਦਾ ਮੂੰਹ ਹੋਇਆ ਉਧਰ ਨੂੰ ਤੁਰ ਪਿਆ। ਬਸ ਫਿਰ ਕੀ ਸੀ, ਐਸਾ ਭਟਕਿਆ ਸਾਰੀ ਜ਼ਿੰਦਗੀ, ਨਾ ਘਰ ਨਸੀਬ ਹੋਇਆ ਤੇ ਨਾ ਅੱਗੇ ਕੋਈ ਮੰਜ਼ਿਲ ਨਸੀਬ ਹੋਈ। ਇੱਕਦਮ ਗੁੱਸੇ ਦੇ ਵਿੱਚ ਤੁਰ ਪਿਆ ਸੀਗਾ। ਕਾਹਲੀ ਦੇ ਵਿੱਚ ਚੁੱਕਿਆ ਹੋਇਆ ਕਦਮ ਕਈ ਵਾਰ ਭਟਕਾ ਕੇ ਰੱਖਦਾ ਹੈ। ਤਾਂ ਮੈਂ ਇੱਥੇ ਥੋੜ੍ਹਾ ਜਿਹਾ ਇਹ ਕਹਿ ਰਿਹਾ ਕਿ ਦੇਖ, ਜੇ ਤੇਰੇ ਅੰਦਰ ਜਿਗਿਆਸਾ ਪੈਦਾ ਹੋ ਜਾਏ ਨਾ, ਮੈਂ ਉਸ ਇੱਕ ਓੰਕਾਰ, ਉਸ ਅਦੁੱਤੀ ਪਾਰਬ੍ਰਹਮ ਪਰਮੇਸ਼ਰ ਨੂੰ ਮਿਲਣਾ, ਤਾਂ ਕਾਹਲ ਨਾ ਕਰੀ, ਤੂੰ ਸਹਿਜੇ ਸਹਿਜੇ ਤੁਰੀ ਉਸ ਮਾਰਗ ਦੇ ਉੱਤੇ। ਕਾਹਲ ਕਰਨੀ ਤਾਂ ਇਸ ਤਰ੍ਹਾਂ ਹੈ, ਜਿਵੇਂ ਇੱਕ ਬੰਦਾ ਪੱਬਾਂ ਭਾਰ ਖੜਾ ਹੋ ਜੇ, ਤੇ ਪੱਬਾਂ ਭਾਰ ਬੰਦਾ ਲਗਾਤਾਰ ਨਹੀਂ ਖੜਾ ਹੋ ਸਕਦਾ, ਤੁਸੀਂ ਜਦੋਂ ਮਰਜ਼ੀ ਤਜਰਬਾ ਕਰ ਲਿਓ। ਜੇ ਕੋਈ ਅੱਡੀਆਂ ਚੁੱਕ ਕੇ ਕਵੇ ਮੈਂ ਪੱਬਾਂ ਭਾਰ 2-4 ਘੰਟੇ ਖੜਾ ਹੋ ਜਾਵਾਂਗਾ, ਨਹੀਂ, ਇਹ ਸੱਚ ਹੈ ਕਿ ਜਦੋਂ ਉਹ ਖੜਾ ਹੋਵੇਗਾ, ਉਹਦੀ ਹਾਈਟ ਜਿਹੜੀ ਆਮ ਲੋਕਾਂ ਨਾਲ ਉੱਚੀ ਹੋ ਜਾਏਗੀ। 5-7 ਸਰੀਰ ਖੜੇ ਹੋਣ, ਇੱਕ ਬੰਦਾ ਪੱਬਾਂ ਭਾਰ ਹੋ ਗਿਆ ਨਾ, ਉਹਦੀ ਹਾਈਟ ਦੂਜਿਆਂ ਨਾਲ ਉੱਚੀ ਹੋ ਜਾਏਗੀ। ਪਰ ਇਹ ਹੈ ਕਿ ਉਹ 2-4-10 ਮਿੰਟ ਤੋਂ ਬਾਅਦ ਉਹ ਥੱਲੇ ਡਿੱਗੇਗਾ, ਉਹ ਤੋਂ ਖੜਾ ਨਹੀਂ ਜਾਏਗਾ। ਜਿਹੜਾ ਬੰਦਾ ਪੈਰ ਬਿਲਕੁਲ ਸਿੱਧੇ ਲਾ ਕੇ ਜ਼ਮੀਨ ਤੇ ਆਮ ਲੋਕਾਂ ਦੀ ਤਰ੍ਹਾਂ ਖੜੇਗਾ, ਉਹ 2-4-10 ਘੰਟੇ ਵੀ ਖੜਾ ਹੋ ਸਕਦਾ ਹੈ। ਇਸ ਦਾ ਕਹਿਣ ਦਾ ਭਾਵ ਹੈ, ਜਿਹੜਾ ਇੱਕਦਮ ਕਾਹਲੀ ਨਾਲ ਤੁਰ ਪੈਂਦਾ ਨਾ ਕਿ ਮੈਂ ਤੇ ਬਸ ਅੱਜ ਹੀ ਪਹੁੰਚ ਜਾਣਾ, ਮੈਂ ਤੇ ਅੱਜ ਹੀ ਪ੍ਰਾਪਤੀ ਕਰ ਲੈਣੀ ਹੈ, ਮਾਫ ਕਰਿਓ, ਬੜੀ ਛੇਤੀ ਡਿੱਗ ਪੈਂਦਾ ਕਈ ਵਾਰ। ਤੇ ਜਿਹੜਾ ਸਹਿਜੇ ਸਹਿਜੇ ਇਸ ਮਾਰਗ ਦੇ ਉੱਤੇ ਤੁਰਦਾ ਕਿ ਅੱਜ ਥੋੜ੍ਹਾ ਜਿਹਾ ਜਪ ਲਿਆ, ਕੱਲ੍ਹ ਨੂੰ ਥੋੜ੍ਹਾ ਜਿਹਾ ਜਪ ਲਿਆ, ਫਿਰ ਥੋੜ੍ਹਾ ਜਪ ਲਿਆ, ਉਹ ਇੱਕ ਦਿਨ ਕਾਮਯਾਬ ਹੋ ਜਾਂਦਾ ਹੈ। ਜਿਵੇਂ ਅਸੀਂ ਇੰਝ ਕਹਿ ਲਈਏ, ਇੱਕ ਰੋਗੀ ਹੈ, ਉਸ ਰੋਗੀ ਨੂੰ ਜੇ ਤੁਸੀਂ ਕਹੋ ਵੀ ਅੱਜ ਹੀ ਤੈਨੂੰ 5-7 ਰੋਟੀਆਂ ਖਵਾ ਕੇ ਤੇ ਤੈਨੂੰ ਤਗੜਾ ਕਰ ਦੇਣਾ, ਅੱਜ 5-7 ਪ੍ਰਸ਼ਾਦੇ ਤੈਨੂੰ ਖਵਾਉਣੇ ਨੇ, ਤੈਨੂੰ ਜੂਸ ਪਿਆਉਣਾ, ਤੈਨੂੰ ਖੁਰਾਕ ਦੇਣੀ, ਤੇ ਸ਼ਾਮ ਤੱਕ ਅਸੀਂ ਤੈਨੂੰ ਐ ਰਿਸ਼ਟ ਪੁਸ਼ਟ ਕਰਕੇ ਘੋੜੇ ਵਰਗਾ ਕਰ ਦੇਣਾ, ਤੇ ਮਾਫ ਕਰਿਓ ਅਸੀਂ ਉਹਨੂੰ ਮਾਰ ਕੇ ਰੱਖ ਦੇਵਾਂਗੇ। ਤੇ ਜੇ ਅਸੀਂ ਉਸੇ ਰੋਗੀ ਨੂੰ ਕਹੀਏ ਕਿ ਭਾਈ ਤੈਨੂੰ ਥੋੜ੍ਹਾ ਦੇਵਾਂਗੇ, ਅੱਜ ਥੋੜ੍ਹਾ ਜਿਹਾ ਖਾ, 2-4 ਘੰਟਿਆਂ ਬਾਅਦ ਫਿਰ ਥੋੜ੍ਹਾ ਜਿਹਾ ਖਾ ਲਈ, ਕੱਲ੍ਹ ਨੂੰ ਥੋੜ੍ਹੀ ਖੁਰਾਕ ਵਧਾ ਲਈ, ਸਹਿਜੇ ਸਹਿਜੇ ਉਹ ਬੰਦਾ ਰਿਸ਼ਟ ਪੁਸ਼ਟ ਹੋ ਜਾਂਦਾ ਹੈ। ਅਸੀਂ ਹਾਂ ਰੋਗੀ ਸਾਰੇ, ਮਾਨਸਿਕ ਰੋਗੀ ਕਹਿ ਲਈਏ, ਸਰੀਰਕ ਰੋਗੀ ਤੇ ਸ਼ਾਇਦ ਅਸੀਂ ਨਾ ਹੋਈਏ। ਹੁਣ ਇੱਕ ਮਾਨਸਿਕ ਰੋਗੀ ਜੇ ਇਹ ਸੁਣਦਾ ਕਿ ਬਾਣੀ ਪੜ੍ਹਨ ਦੇ ਨਾਲ ਤੰਦਰੁਸਤੀ ਮਿਲਦੀ, ਬਾਣੀ ਪੜ੍ਹਨ ਨਾਲ ਉਹਦੀ ਪ੍ਰਾਪਤੀ ਹੁੰਦੀ, ਤੇ ਕਦੀ ਉਹਨੇ ਪੜ੍ਹੀ ਨਹੀਂ, ਪਰ ਇੱਕਦਮ ਉੱਠ ਕੇ ਕਵੇ ਵੀ ਬਸ ਅੱਜ ਤਾਂ ਮੈਂ ਹੁਣ ਸਵੇਰ ਦਾ ਬੈਠਾ ਤਾਂ ਮੈਂ ਸ਼ਾਮ ਨੂੰ ਹੀ ਉੱਠਣਾ, ਇੱਕ ਦਿਨ ਸਰੀਰ ਨਾਲ ਧੱਕਾ ਕਰ ਲੇਗਾ, ਵੀ ਧੱਕੇ ਦੇ ਨਾਲ ਬੈਠਾ ਰਹੇਗਾ 2-4-5 ਘੰਟੇ, ਪਰ ਮਾਫ ਕਰਿਓ ਕੱਲ੍ਹ ਨੂੰ ਮਨ ਨਹੀਂ ਕਰੇਗਾ। ਸਰੀਰ ਐਸਾ ਥੱਕੇਗਾ ਕਿ ਕੱਲ੍ਹ ਨੂੰ ਮਨ ਜਿਹੜਾ ਬਾਗੀ ਹੋ ਜਾਵੇਗਾ ਕਿ ਕੱਲ੍ਹ ਬਹਿ ਤਾਂ ਗਏ ਸੀ ਪਰ ਲੱਤਾਂ ਦੁਖਣ ਲੱਗ ਗਈਆਂ, ਇਸ ਕਰਕੇ ਅੱਜ ਨਹੀਂ ਬਹਿਣਾ। ਤੇ ਜਿਹੜਾ ਸਹਿਜੇ ਸਹਿਜੇ ਤੁਰੇਗਾ ਵੀ ਅੱਜ 1 ਪਾਠ ਕਰ ਲਿਆ, ਕੱਲ੍ਹ ਨੂੰ 2 ਪਾਠ ਕਰ ਲਏ, ਪਰਸੋਂ 3 ਕਰ ਲਏ, ਉਹ ਸਹਿਜੇ ਸਹਿਜੇ ਕਿਸੇ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ। ਤਾਂ ਖੈਰ ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਉਹ ਜਿਹੜਾ ਅਦੁੱਤੀ ਪਾਰਬ੍ਰਹਮ ਪਰਮੇਸ਼ਰ ਹੈ ਨਾ, ਇਹ ਭਲੇ ਜੀਵ, ਜੇ ਕਿਤੇ ਤੇਰੇ ਅੰਦਰ ਉਹਨੂੰ ਮਿਲਣ ਦੀ ਜਿਗਿਆਸਾ ਪੈਦਾ ਹੋਵੇ ਤੇ ਕਾਹਲੀ ਨਾ ਕਰੀ। ਪਤਾ ਕੀ ਕਰੀ, ਤੂੰ ਪੁੱਛੀ ਕਿ ਕਿਵੇਂ ਪ੍ਰਾਪਤ ਹੋਵੇ। ਤਾਂ ਹਜ਼ੂਰ ਕਹਿੰਦੇ, ਸਤਿਗੁਰ ਪ੍ਰਸਾਦ, ਪੂਰੇ ਗੁਰੂ ਦੀ ਕਿਰਪਾ ਮਿਹਰਾਮਤ ਦਾ ਪਾਤਰ ਬਣੀ। ਜਦੋਂ ਪੂਰੇ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਏਗਾ ਨਾ, ਫਿਰ ਤੈਨੂੰ ਸ਼ਾਇਦ ਇੰਨਾ ਕੁਝ ਨਹੀਂ ਕਰਨਾ ਪਵੇਗਾ। ਬਸ ਇਹ ਹੈ ਕਿ ਤੂੰ ਗੁਰੂ ਦੇ ਕੋਲ ਆ ਜੀ, ਗੁਰੂ ਤੈਨੂੰ ਆਪਣੇ ਆਪ ਆਪਣੇ ਤਰੀਕੇ ਦੇ ਨਾਲ ਤੈਨੂੰ ਉਸ ਪਰਮੇਸ਼ਰ ਦੇ ਨਾਲ ਜੋੜ ਦੇਵੇਗਾ। ਜਿਵੇਂ ਇੱਕ ਚੰਗੇ ਕੋਚ ਦੇ ਕੋਲ ਚਲੇ ਜਾਈਏ ਨਾ, ਮਿਹਨਤ ਤਾਂ ਆਪਣੀ ਹੁੰਦੀ ਹੈ ਕਿ ਅਸੀਂ ਦੌੜਨਾ, ਅਸੀਂ ਭੱਜਣਾ, ਜਿਵੇਂ ਜਿਵੇਂ ਉਹਨੇ ਦੱਸਣਾ ਉਵੇਂ ਕਰਨਾ, ਪਰ ਇੱਕ ਸਹੀ ਕੋਚ ਜਿਹੜਾ ਹੈ ਕਈ ਵਾਰ ਕਿਸੇ ਖਿਡਾਰੀ ਨੂੰ ਕਿਸੇ ਮੰਜ਼ਿਲ 'ਤੇ ਪਹੁੰਚਾ ਦਿੰਦਾ ਹੈ। ਸਹੀ ਅਧਿਆਪਕ ਜਿਹੜਾ ਹੈ, ਜਦੋਂ ਉਹਦੇ ਹੱਥਾਂ 'ਚ ਪਹੁੰਚ ਜਾਈਏ ਤੇ ਮਿਹਨਤ ਤੇ ਕਰਨੀ ਪੈਂਦੀ, ਵੀ ਜੋ ਉਹਨੇ ਦੱਸਿਆ ਉਹ ਪੜ੍ਹਨਾ ਵੀ ਪੈਣਾ, ਉਹ ਯਾਦ ਵੀ ਕਰਨਾ ਪੈਣਾ, ਪਰ ਚੰਗਾ ਅਧਿਆਪਕ ਜਿਹੜਾ ਉਹ ਵਿਦਿਆਰਥੀ ਨੂੰ ਕਿਸੇ ਮੰਜ਼ਿਲ 'ਤੇ ਪਹੁੰਚਾ ਦਿੰਦਾ ਹੈ। ਤਾਂ ਸਾਹਿਬ ਕਹਿੰਦੇ ਤੇਰੀ ਮੰਜ਼ਿਲ ਕੀ ਹੈ, ਤੂੰ ਉਹਦੇ ਅੰਦਰ ਅਭੇਦ ਹੋਣਾ ਪਰਮੇਸ਼ਰ ਅੰਦਰ। ਤਾਂ ਇਹਦੇ ਵਾਸਤੇ ਸੰਸਾਰ ਨੂੰ ਨਾ ਪੁੱਛਣ ਲੱਗ ਜੀ ਕਿ ਮੈਨੂੰ ਜੀ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਕੀ ਕਰਾਂ। ਇਹਨਾਂ ਲੋਕਾਂ ਨੇ, ਕਿਸੇ ਨੇ ਕਹਿਣਾ ਤੂੰ ਇੰਜ ਕਰ, ਘਰ ਛੱਡ ਦੇ, ਕਿਸੇ ਨੇ ਕਹਿਣਾ ਤੂੰ ਪਹਾੜਾਂ 'ਤੇ ਚੜ੍ਹ ਜਾ, ਕਿਸੇ ਨੇ ਕਹਿਣਾ ਗੁਫਾਵਾਂ ਵਿੱਚ ਵੜ ਜਾ, ਕਿਸੇ ਨੇ ਕਹਿਣਾ ਤੂੰ ਧੂਣੇ ਤਪਾਲਾ, ਕਿਸੇ ਨੇ ਕਹਿਣਾ ਪੁੱਠਾ ਲਟਕ ਜਾ।
ਜੇ ਤੇਰੇ ਅੰਦਰ ਇਹ ਜਿਗਿਆਸਾ ਹੈ ਕਿ ਮੈਂ ਪਰਮੇਸ਼ਰ ਨੂੰ ਮਿਲਣਾ ਹੈ, ਤਾਂ ਤੂੰ ਸਤਿਗੁਰ ਪ੍ਰਸਾਦ, ਤੂੰ ਪੂਰੇ ਗੁਰੂ ਦੀ ਕਿਰਪਾ ਦਾ ਪਾਤਰ ਬਣ, ਪੂਰੇ ਗੁਰੂ ਦਾ ਲੜ ਪਕੜ, ਪੂਰੇ ਗੁਰੂ ਦੀ ਹਜ਼ੂਰੀ ਵਿੱਚ ਆ, ਪੂਰੇ ਗੁਰੂ ਦੇ ਚਰਨਾਂ ਨਾਲ ਜੁੜ, ਉਹਦਾ ਸ਼ਬਦ ਜਿਹੜਾ ਉਹਨੂੰ ਕਮਾਉਣਾ ਕਰ, ਤੇ ਫਿਰ ਤੇਰੀ ਜ਼ਿੰਦਗੀ ਦਾ ਭਲਾ ਹੋਵੇਗਾ। ਭਗਤ ਰਵਿਦਾਸ ਸਾਹਿਬ ਜੀ ਇਸ ਪਾਵਨ ਬਚਨ 'ਚ ਜਦੋਂ ਸਮਝਾਉਂਦੇ ਨੇ, ਜੋ ਵਿਦਵਾਨਾਂ ਨੇ ਉਥਾਨਕਾ ਲਿਖੀ ਹੈ ਕਿ ਭਗਤ ਸਾਹਿਬ ਜੀ ਨੂੰ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੇ ਦੀਦਾਰਾਂ ਦੀ ਝਲਕ ਨਸੀਬ ਹੋਈ, ਪਰ ਜਦੋਂ ਝਲਕ ਮਿਲੀ ਤਾਂ ਭਗਤ ਸਾਹਿਬ ਜੀ ਦੇਖ ਰਹੇ ਨੇ ਕਿ ਕਰਤਾ ਪਰਮੇਸ਼ਰ ਸਰਗੁਣ ਸਰੂਪ ਧਾਰਿਆ ਹੈ ਮੇਰੇ ਦੀਦਾਰਾਂ ਲਈ, ਪਰ ਮੈਨੂੰ ਕੋਈ ਬਚਨ ਨਹੀਂ ਕਹਿ ਰਹੇ, ਮੇਰੇ ਨਾਲ ਕੋਈ ਵਾਰਤਾਲਾਪ ਨਹੀਂ ਕਰ ਰਹੇ। ਤੇ ਸਭ ਤੋਂ ਵੱਡਾ ਦੁੱਖ ਇਹ ਹੁੰਦਾ ਹੈ ਕਿ ਜਿਸ ਨੂੰ ਅਸੀਂ ਲੰਬੇ ਸਮੇਂ ਤੋਂ ਉਡੀਕਦੇ ਹੋਈਏ, ਫਰਜ਼ ਕਰੋ ਸੰਸਾਰੀ ਤੌਰ ਤੇ ਵੀ ਤੁਸੀਂ ਕਿਸੇ ਦੀ ਬੜੀ ਉਡੀਕ ਕਰ ਰਹੇ, ਵੀ ਕਈ ਸਾਲ ਤੁਸੀਂ ਉਹਦੀ ਉਡੀਕ ਕੀਤੀ ਤੇ ਉਹ ਤੁਹਾਡੇ ਕੋਲ ਆ ਗਿਆ, ਆਉਣ ਤੋਂ ਬਾਅਦ ਉਹ ਚੁੱਪ ਕਰਕੇ ਬਹਿ ਗਿਆ, ਤੇ ਸਾਡੇ ਅੰਦਰ ਇੱਕ ਉਚਾਟ ਪੈਦਾ ਹੋਏਗੀ, ਸਾਡੇ ਅੰਦਰ ਇੱਕ ਕਾਹਲਾਪਣ ਹੋਏਗਾ ਵੀ ਆਇਆ ਵੀ, ਅਸੀਂ ਤੇ ਇਹਨੂੰ ਮਿਲਣ ਵਾਸਤੇ ਤਰਸਦੇ ਸੀ, ਪਰ ਇਹ ਆ ਕੇ ਚੁੱਪ ਕਰਕੇ ਬਹਿ ਗਿਆ। ਤੇ ਅਸੀਂ ਸ਼ਾਇਦ ਇੱਕ ਅੱਧਾ ਮਿੰਟ ਬਰਦਾਸ਼ਤ ਕਰਕੇ ਕਵਾਂਗੇ ਜੇ ਅਸੀਂ ਤੇ ਤੁਹਾਡੀ ਜ਼ੁਬਾਨ ਤੋਂ ਕੁਝ ਸੁਣਨਾ ਚਾਹੁੰਦੇ ਹਾਂ, ਅਸੀਂ ਤੇ ਕੁਝ ਸ਼ਬਦ ਕੋਈ ਬੋਲ ਸੁਣਨਾ ਚਾਹੁੰਦੇ, ਕੋਈ ਬਚਨ ਸੁਣਨਾ ਚਾਹੁੰਦੇ ਹੋ, ਅਸੀਂ ਤੇ ਬੇਸਬਰੀ ਨਾਲ ਤੁਹਾਡੀ ਉਡੀਕ ਕਰਦੇ ਸੀ, ਪਰ ਤੁਸੀਂ ਤਾਂ ਚੁੱਪ ਕਰਕੇ ਬਹਿ ਗਏ ਆ ਕੇ। ਸੋ ਭਗਤ ਸਾਹਿਬ ਜੀ ਪਰਮੇਸ਼ਰ ਨੂੰ ਜਦੋਂ ਦੇਖਿਆ, ਪਰਮੇਸ਼ਰ ਬਿਲਕੁਲ ਸ਼ਾਂਤ ਸਰੂਪ ਹੋ ਕੇ ਟਿਕਿਆ, ਦੀਦਾਰ ਦੇ ਰਿਹਾ, ਤਾਂ ਭਗਤ ਜੀ ਤੋਂ ਰਿਹਾ ਨਹੀਂ ਗਿਆ। ਰਹਾਉ ਦੀ ਪੰਕਤੀ 'ਚ ਫਿਰ ਕਹਿੰਦੇ ਨੇ, ਐ ਮੇਰੇ ਰਮਈਆ ਰਮੇ ਹੋਏ ਪਰਮੇਸ਼ਰ, ਕਾਰਨ ਕਵਨ ਅਬੋਲ, ਤੂੰ ਬੋਲਦਾ ਨਹੀਂ ਪਿਆ ਮੇਰੇ ਨਾਲ, ਤੂੰ ਕੋਈ ਬਚਨ ਨਹੀਂ ਕਰਦਾ ਮੇਰੇ ਨਾਲ, ਕੀ ਮੈਂ ਇਸ ਚੀਜ਼ ਦਾ ਕਾਰਨ ਪੁੱਛ ਸਕਦਾ ਕਿ ਮੇਰੇ ਤੋਂ ਕਿਹੜੀ ਗਲਤੀ ਹੋਈ ਹੈ ਕਿ ਤੂੰ ਮੇਰੇ ਨਾਲ ਬੋਲਦਾ ਨਹੀਂ, ਮੈਂ ਕੀ ਗੁਨਾਹ ਕਰਤਾ ਕਿ ਤੂੰ ਮੇਰੇ ਨਾਲ ਕੋਈ ਬਚਨ ਨਹੀਂ ਕਰਦਾ, ਈਵਨ ਮੈਂ ਤੇਰੇ ਨਾਲ ਬਚਨ ਕਰ ਰਿਹਾ ਪਰ ਤੂੰ ਅੱਗੋਂ ਕੋਈ ਹੁੰਗਾਰਾ ਨਹੀਂ ਭਰਦਾ ਪਿਆ, ਤੂੰ ਅੱਗੋਂ ਕੋਈ ਹਾਂ ਨਾ 'ਚ ਜਵਾਬ ਨਹੀਂ ਦੇ ਰਿਹਾ, ਕਾਰਨ ਕਵਨ ਅਬੋਲ। ਜਿਵੇਂ ਆਪਾਂ ਸੰਸਾਰੀ ਪੁੱਛਦੇ, ਭਾਈ ਗੱਲ ਕੀ ਆ, ਤੂੰ ਬੋਲਦਾ ਕਿਉਂ ਨਹੀਂ, ਤਾਂ ਭਗਤ ਜੀ ਬੜੇ ਸਿੱਧੇ ਜਿਹੇ ਸ਼ਬਦਾਂ 'ਚ ਕਹਿੰਦੇ, ਕਾਰਨ ਕਵਨ ਅਬੋਲ, ਇਹ ਪਰਮੇਸ਼ਰ ਕੀ ਕਾਰਨ ਹੈ, ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦਾ ਹੈ। ਤਾਂ ਫਿਰ ਆਪਣੀ ਅੰਦਰ ਦੀ ਨਿਮਰਤਾ ਭਰੀ ਹਾਲਤ ਜਿਹੜੀ ਹੈ ਉਹ ਬਿਆਨ ਕਰਕੇ, ਸ਼ਬਦ ਦੀ ਪ੍ਰਾਰੰਭਤਾ ਕਰਕੇ ਕਹਿੰਦੇ, ਐ ਪਰਮੇਸ਼ਰ ਮੈਂ ਜਿਹੜਾ ਜੀਵ ਹਾਂ ਨਾ, ਮੇਰੀ ਹਾਲਤ ਇਹ ਹੈ ਕਿ ਮੈਂ ਤੇਰੇ ਤੋਂ ਬਿਨਾਂ ਕੱਖ ਦਾ ਵੀ ਨਹੀਂ ਆ। ਜਿਹੜਾ ਕੱਖ ਹੈ ਨਾ, ਕੱਖ ਦੀ ਵੀ ਇੱਕ ਹਸਤੀ, ਇੱਕ ਵਜੂਦ ਹੈ। ਜਦੋਂ ਆਪਾਂ ਕਹਿੰਦੇ ਨਾ ਮੈਂ ਕੱਖ ਵੀ ਨਹੀਂ ਆ, ਤੇ ਬੰਦਾ ਅੱਗੋਂ ਕੋਈ ਕਹਿ ਦੇ ਵੀ ਤੂੰ ਕੱਖ ਬਣ ਜਾ, ਲੈ ਕੱਖ ਕਿੱਡੀ ਕੋਈ ਚੀਜ਼ ਹੁੰਦੀ, ਕੱਖ ਬੜੀ ਵੱਡੀ ਚੀਜ਼ ਹੈ। ਜੇ ਛੋਟਾ ਜਿਹਾ ਕੱਖ ਕਿਤੇ ਅੱਖ ਦੇ ਵਿੱਚ ਪੈ ਜੇ ਨਾ, ਤੇ ਜਾਨ ਲੈਣ ਤੱਕ ਜਾਂਦਾ, ਅੰਨ੍ਹਿਆਂ ਕਰਨ ਤੱਕ ਜਾਂਦਾ। ਚੰਗੇ ਭਲੇ ਤੁਰਦੇ ਬੰਦੇ ਨੂੰ ਰਸਤਾ ਭੁੱਲ ਜਾਂਦਾ, ਚੰਗੇ ਭਲੇ ਬੰਦੇ ਨੂੰ ਸੁੱਧ ਬੁੱਧ ਭੁੱਲ ਜਾਂਦੀ ਹੈ, ਤਾਂ ਉਹ ਨਿੱਕਾ ਜਿਹਾ ਹੀ ਸੀਗਾ। ਪਰ ਸਾਡੀ ਹਸਤੀ ਜਿਹੜੀ ਹੈ ਉਸ ਕੱਖ ਤੋਂ ਵੀ ਬਿਲਕੁਲ ਖਤਮ ਹੋ ਚੁੱਕੀ ਹੈ। ਤਾਂ ਭਗਤ ਜੀ ਆਪਣੀ ਨਿਮਰਤਾ ਦਰਸਾ ਕੇ ਕਹਿੰਦੇ, ਦਾਤਾ ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਐ ਦਾਤਾ ਸਾਡੇ ਵਰਗਾ ਦੀਨ ਕੋਈ ਨਹੀਂ ਹੈ, ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ, ਕਿ ਅਸੀਂ ਦੀਨ ਹਾਂ, ਅਸੀਂ ਗਰੀਬ ਹਾਂ। ਜਦੋਂ ਅਸੀਂ ਬਾਣੀ 'ਚ ਵਚਨ ਪੜ੍ਹਦੇ, ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ, ਕਿ ਦਾਤਾ ਤੂੰ ਦੀਨਾਂ ਦੇ ਦੁੱਖਾਂ ਨੂੰ ਭੰਨਣ ਵਾਲਾ ਹੈ, ਨਾਸ਼ ਕਰਨ ਵਾਲਾ ਦੁੱਖਾਂ ਨੂੰ, ਤੇ ਅਸੀਂ ਹਾਂ ਦੀਨ। ਤੇ ਦੀਨ ਵੀ ਕੈਸੇ ਹਾਂ, ਜਿਹਨੂੰ ਇੱਥੇ ਭਗਤ ਸਾਹਿਬ ਜੀ ਕਹਿੰਦੇ, ਸਾਡੇ ਵਰਗਾ ਦੀਨ ਕੋਈ ਨਹੀਂ, ਮੋਸੋ ਨਾ ਦੀਨ ਦਇਆਲ ਨਾ ਤੋਸਰ। ਭਾਈ ਗੁਰਦਾਸ ਸਾਹਿਬ ਜੀ ਬੜਾ ਸੋਹਣਾ ਬਚਨ ਕਹਿੰਦੇ, ਮੋਸੋ ਨਾ ਦੀਨ ਦਇਆਲ ਨਾ ਤੋਸਰ, ਕਿ ਮੇਰੇ ਵਰਗਾ ਕੋਈ ਦੀਨ ਨਹੀਂ ਤੇ ਤੇਰੇ ਵਰਗਾ ਕੋਈ ਦਿਆਲੂ ਨਹੀਂ। ਤਾਂ ਭਗਤ ਰਵਿਦਾਸ ਸਾਹਿਬ ਕਹਿੰਦੇ, ਹਮ ਸਰ ਦੀਨ, ਸਾਡੇ ਵਰਗਾ ਕੋਈ ਗਰੀਬ ਨਹੀਂ। ਇੱਕ ਹੈ ਸਰੀਰ ਕਰਕੇ ਗਰੀਬ ਹੋਣਾ, ਸਰੀਰ ਕਰਕੇ ਬੜੀ ਦੁਨੀਆ ਗਰੀਬ ਹੈ। ਇਸ ਮੁਲਕ ਦੀ ਸਭ ਤੋਂ ਜ਼ਿਆਦਾ ਗਰੀਬੀ ਇਹਨੂੰ ਮੰਨਿਆ ਜਾ ਰਿਹਾ ਅੱਜ ਦੇ ਸਮੇਂ 'ਚ। ਇਹ ਕਾਫੀ ਜਿਵੇਂ ਕਹਿ ਲਓ ਵੀ ਸਾਡੀ ਤਰਾਸਦੀ ਹੈ ਕਿ ਅਸੀਂ ਗਰੀਬੀ ਦੇ ਲੈਵਲ 'ਤੇ ਕਾਫੀ ਕੰਟਰੀਆਂ ਦੇ ਨਾਲ ਰਲਦੇ ਜਾ ਰਹੇ। ਖੈਰ, ਸਰੀਰ ਕਰਕੇ ਗਰੀਬੀ ਅਲੱਗ ਹੈ, ਮਨ ਕਰਕੇ ਜਿਹੜੀ ਗਰੀਬੀ ਹੈ ਉਹ ਇੱਕ ਅਲੱਗ ਚੀਜ਼ ਹੈ। ਭਾਵੇਂ ਭਗਤ ਸਾਹਿਬ ਜੀ ਦੇ ਕੋਲ ਸਰੀਰ ਕਰਕੇ ਵੀ ਗਰੀਬੀ ਹੈ ਕਿ ਉਹ ਬਨਾਰਸ ਦੀ ਧਰਤੀ ਦੇ ਉੱਤੇ ਜੁੱਤੀਆਂ ਗੰਢਦੇ ਪਏ ਨੇ, ਆਪਣੀ ਕਿਰਤ ਕਰਦੇ ਪਏ ਨੇ, ਕੋਲ ਰਹਿਣ ਦੇ ਵਾਸਤੇ ਕੋਈ ਬਹੁਤਾ ਉੱਚਾ ਮਹਿਲ ਨਹੀਂ, ਗੰਗਾ ਦੇ ਕਿਨਾਰੇ 'ਤੇ ਬੈਠੇ ਨੇ, ਸਾਰਾ ਦਿਨ ਰੋਡ ਤੋਂ ਸੜਕ ਤੋਂ ਲੰਘਣ ਵਾਲੇ ਰਾਹੀ ਜਿਹੜੇ ਨੇ ਉਹਨਾਂ ਦੀ ਮਿੱਟੀ ਇਸ ਤਣ ਦੇ ਉੱਤੇ ਪੈ ਰਹੀ, ਕਦੀ ਧੁੱਪ ਵੀ ਸੇਕਦੇ ਹਨ, ਕਦੀ ਠੰਡਾਂ ਨੂੰ, ਕਦੀ ਹਵਾਵਾਂ ਨੂੰ, ਕਦੀ ਝੱਖੜਾਂ ਨੂੰ ਆਪਣੇ ਤਨ 'ਤੇ ਮੰਨਦੇ ਨੇ, ਇਸ ਗਰੀਬੀ 'ਚੋਂ ਵੀ ਗੁਜ਼ਰਦੇ ਨੇ।
ਪਰ ਜੇ ਅਸੀਂ ਕਹੀਏ ਕੱਲੀ ਬਾਹਰ ਦੀ ਗਰੀਬੀ ਨਾਲ ਉਹਦੀ ਪ੍ਰਾਪਤੀ ਹੋ ਜਾਂਦੀ ਤਾਂ ਅਸੀਂ ਗਲਤ ਹੋਵਾਂਗੇ। ਅੱਜ ਵੀ ਬੜੇ ਲੋਕ ਐਸੇ ਨੇ, ਤੁਸੀਂ ਕਦੀ ਭਿਖਾਰੀਆਂ ਨੂੰ ਵੇਖੋ, ਮੰਗਤਿਆਂ ਨੂੰ ਵੇਖੋ, ਜਾਂ ਜਿਹੜੇ ਕੋਈ ਟੱਪਰੀ ਵਾਸ ਹੁੰਦੇ ਨੇ ਉਹਨਾਂ ਨੂੰ ਵੇਖੋ, ਉਹ ਕਿੰਨੀ ਗਰੀਬੀ 'ਚ ਜਿਉਂਦੇ ਨੇ। ਕਈ ਵਾਰ ਤੇ ਬਾਰਿਸ਼ ਦਾ ਮੌਸਮ ਹੋਵੇ ਤੇ ਆਪਣੇ ਉੱਤੇ ਤਰਪਾਲ ਲੈ ਕੇ ਸਮਾਂ ਕੱਢਦੇ, ਉਹਨਾਂ ਕੋਲ ਛੰਨ ਵੀ ਝੌਂਪੜੀ ਵੀ ਨਹੀਂ ਹੁੰਦੀ। ਜੇ ਅਸੀਂ ਕਹਿ ਦਈਏ ਇਕੱਲੀ ਬਾਹਰੀ ਗਰੀਬੀ ਨਾਲ ਰੱਬ ਮਿਲਦਾ ਹੈ, ਤੇ ਮਾਫ ਕਰਿਓ, ਦੁਨੀਆ ਤੇ ਜਿੰਨੇ ਵੀ ਗਰੀਬ ਨੇ ਨਾ, ਸਾਰਿਆਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ। ਇੱਥੇ ਦੀਨ ਦਾ ਅਰਥ ਹੈ ਮੈਂ ਮਨ ਕਰਕੇ ਦੀਨ ਹਾਂ, ਤੇ ਦਾਤਾ ਮੇਰੀ ਬਾਹਰੀ ਤੇ ਅੰਦਰ ਦੀ ਹਾਲਤ ਜਿਹੜੀ ਹੈ ਉਹ ਕੇਵਲ ਤੂੰ ਜਾਣਦਾ ਹੈ। ਤੇ ਦਇਆਲ ਨਾ ਤੁਮ ਸਰ, ਤੇਰੇ ਵਰਗਾ ਕੋਈ ਦਿਆਲੂ ਨਹੀਂ ਅੱਜ ਤੱਕ ਵੇਖਿਆ। ਕਿੰਨਾ ਵੱਡਾ ਦਿਆਲੂ ਹੈ। ਇਤਿਹਾਸ ਦੀ ਇੱਕ ਘਟਨਾ ਮੇਰੇ ਸਾਹਮਣੇ ਆਉਂਦੀ। ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜੀਵਨ ਦੇਖੀਏ, ਇੱਥੇ ਮਨ ਦੀ ਗਰੀਬੀ ਦੀ ਗੱਲ ਕੀਤੀ ਭਗਤ ਜੀ ਨੇ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੁਭਾਇਮਾਨ ਨੇ। ਰੋਜ਼ ਦੀਵਾਨ ਸਜਦਾ ਹੈ, ਤੇ ਜਿਵੇਂ ਆਪਾਂ ਸਾਰੇ ਮਹਾਰਾਜ ਦੀ ਗੋਦ ਦਾ ਆਨੰਦ ਲੈ ਰਹੇ ਹਾਂ, ਇੰਝ ਸੰਗਤ ਬੈਠੀ ਹੈ। ਪਰ ਇੱਕ ਐਸਾ ਸਰੀਰ ਹੈ ਜਿਹੜਾ ਬਾਹਰ ਬੈਠਾ, ਬਿਲਕੁਲ ਦੂਰ ਹੋ ਕੇ, ਸੰਗਤ ਤੋਂ ਕਾਫੀ ਦੂਰ ਬੈਠਾ। ਹੁਣ ਸੰਗਤ ਨੂੰ ਨਹੀਂ ਦਿਸ ਰਿਹਾ ਪਿੱਛੇ ਕੀ ਹੋ ਰਿਹਾ, ਪਰ ਮਹਾਰਾਜ ਸਾਹਿਬ ਜੀ ਇੱਦਾਂ ਸਾਹਮਣੇ ਸਿੰਘਾਸਨ ਤੇ ਬੈਠੇ ਨੇ, ਤੇ ਮਹਾਰਾਜ ਨੂੰ ਦੂਰ ਤੱਕ ਦਿਸ ਰਿਹਾ। ਜਦੋਂ ਪਾਤਸ਼ਾਹ ਜੀ ਬਚਨ ਕਰ ਰਹੇ ਨੇ ਜਾਂ ਕਿਤੇ ਕੀਰਤਨ ਹੋ ਰਿਹਾ, ਉਹ ਅੱਖਾਂ ਬੰਦ ਕਰਦਾ ਹੈ, ਕਦੀ ਖੋਲ੍ਹਦਾ ਹੈ, ਕਦੀ ਬੰਦ ਕਰਦਾ ਹੈ, ਕਦੀ ਖੋਲ੍ਹਦਾ ਹੈ। ਤੇ ਉਹ ਬਾਣੀ ਸੁਣਦਿਆਂ ਹੋਇਆਂ, ਕੀਰਤਨ ਸੁਣਦਿਆਂ, ਬਚਨ ਸੁਣਦਿਆਂ ਬੜਾ ਝੂਮਦਾ ਹੈ। ਬਾਹਰੋਂ ਨਹੀਂ, ਬੜੀ ਅੰਦਰੋਂ ਉਹਨੂੰ ਇੱਕ ਰੰਗਤ, ਇੱਕ ਮਸਤੀ ਚੜੀ। ਹਜ਼ੂਰ ਪਾਤਸ਼ਾਹ ਜੀ ਨੇ ਦੇਖਿਆ ਤੇ ਸਿੱਖ ਨੂੰ ਕਿਹਾ ਵੀ ਜਾ ਇਹਨੂੰ ਬੁਲਾ ਕੇ ਲਿਆ। ਸਿੱਖ ਉਹਦੇ ਕੋਲ ਗਿਆ, ਕਹਿੰਦਾ ਵੀ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੁਲਾਇਆ। ਉਹ ਕਹਿੰਦਾ ਵੀ ਮੈਂ ਨਹੀਂ ਆ ਸਕਦਾ। ਸਿੱਖ ਹੈਰਾਨ ਹੋਇਆ ਵੀ ਇੱਥੇ ਤੇ ਅਸੀਂ ਤਰਸਦੇ ਹਾਂ ਕਿ ਗੁਰੂ ਸਾਨੂੰ ਆਵਾਜ਼ ਦੇ, ਤੇਰੇ ਇੱਕ ਬੋਲ ਨੂੰ ਸੁਣਨ ਵਾਸਤੇ, ਤੇਰੀ ਆਵਾਜ਼ ਨੂੰ ਸੁਣਨ ਵਾਸਤੇ ਸਾਡੇ ਕੰਨ ਤਰਸਦੇ, ਤੇ ਭਲਿਆ ਤੈਨੂੰ ਤੇ ਗੁਰੂ ਬੁਲਾ ਰਹੇ ਹੋ। ਕਹਿੰਦਾ ਵੀ ਮੈਂ ਨਹੀਂ ਆ ਸਕਦਾ। ਸਿੱਖ ਨੇ ਜਾ ਕੇ ਮਹਾਰਾਜ ਨੂੰ ਦੱਸਿਆ ਵੀ ਉਹ ਨਹੀਂ ਆ ਸਕਦਾ। ਕਾਰਨ ਕੀ ਪਤਾ ਨਹੀਂ। ਦੂਜੀ ਵਾਰ ਫਿਰ ਮਹਾਰਾਜ ਕਹਿੰਦੇ ਨੇ ਉਹਨੂੰ ਬੁਲਾ ਕੇ ਲਿਆ। ਉਹਨੂੰ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਬੁਲਾ ਰਹੇ ਨੇ। ਸਿੱਖ ਫਿਰ ਗਿਆ, ਉਹਨੇ ਫਿਰ ਜਾ ਕੇ ਬੇਨਤੀ ਕੀਤੀ, ਉਹ ਫਿਰ ਨਾ ਆਇਆ। ਉਸੇ ਮਸਤੀ ਦੇ ਵਿੱਚ ਬੈਠਾ ਕੀਰਤਨ ਸੁਣ ਰਿਹਾ, ਬਚਨ ਸੁਣ ਰਿਹਾ, ਝੂਮਦਾ ਪਿਆ। ਸਿੱਖ ਵਾਪਿਸ ਤੀਜੀ ਦਫਾ ਇਤਿਹਾਸ ਕਹਿੰਦਾ ਮਹਾਰਾਜ ਨੇ ਜਦੋਂ ਭੇਜਿਆ, ਕਹਿੰਦੇ ਉਹਨੂੰ ਪੁੱਛ ਕੇ ਆ ਵੀ ਤੂੰ ਆ ਕਿਉਂ ਨਹੀਂ ਸਕਦਾ, ਕੁਛ ਕਾਰਨ ਤੇ ਦੱਸ, ਕਿ ਤੇਰੇ ਤੋਂ ਚੱਲਿਆ ਨਹੀਂ ਜਾ ਰਿਹਾ, ਕੋਈ ਸਰੀਰਕ ਪੀੜਾ ਹੈ, ਕੋਈ ਸਰੀਰਕ ਰੋਗ ਹੈ, ਜਾਂ ਕੋਈ ਹੋਰ ਸਰੀਰਕ ਐਸੀ ਕਿਰਿਆ ਕਿ ਤੂੰ ਨੇੜੇ ਨਹੀਂ ਆ ਸਕਦਾ, ਕਿ ਸਰੀਰ ਨੂੰ ਕੋਈ ਰੋਗ ਲੱਗਾ ਹੈ ਜਾਂ ਪੈਰਾਂ ਨੂੰ ਕੋਈ ਰੋਗ ਲੱਗਾ ਹੈ। ਉਹਨੂੰ ਜਦੋਂ ਪੁੱਛਿਆ, ਉਹ ਕਹਿੰਦਾ ਵੀ ਆ ਤਾਂ ਮੈਂ ਸਕਦਾ ਵਾਂ, ਸਰੀਰ ਮੇਰਾ ਬਿਲਕੁਲ ਚੰਗਾ ਭਲਾ, ਮੈਂ ਤੁਰ ਵੀ ਸਕਦਾ, ਮੈਨੂੰ ਕੋਈ ਬਿਮਾਰੀ ਵੀ ਐਸੀ ਨਹੀਂ ਕਿ ਮੇਰੇ ਸਰੀਰ 'ਚੋਂ ਕੋਈ ਬਦਬੂ ਆਵੇ ਜਾਂ ਜ਼ਖਮ ਹੋਏ, ਉਹਨੂੰ ਕੁਛ ਵੀ ਨਹੀਂ। ਬਸ ਨਾ ਆਉਣ ਦਾ ਕਾਰਨ ਇਹ ਹੈ ਕਿ ਮੈਂ ਸੰਸਾਰ ਦੇ ਵਿੱਚ ਜਦੋਂ ਵਰਨ ਵੰਡ ਦੇ ਵਿੱਚ ਵੰਡਿਆ ਗਿਆ ਤੇ ਮੈਨੂੰ ਕਲਾਲ ਜਾਤ ਦੇ ਵਿੱਚ ਗਿਣਿਆ ਗਿਆ, ਕਿਉਂਕਿ ਉਹ ਪਹਿਲਾਂ ਹਿੰਦੂ ਧਰਮ ਦੇ ਨਾਲ ਜਿਵੇਂ ਉਹਦਾ ਤਾਲੁਕਾਤ ਸੀਗਾ। ਪਹਿਲੀ ਦਫਾ ਗੁਰੂ ਨਾਨਕ ਦੇ ਘਰ ਆਇਆ ਉਹ, ਤੇ ਕਹਿੰਦਾ ਵੀ ਸੰਸਾਰ ਦੇ ਵਿੱਚ ਜਦੋਂ ਜਾਤਾਂ ਦੀ ਵੰਡ ਹੋਈ ਹੈ, ਮੈਂ ਕਲਾਲ ਜਾਤ ਵਾਲਾ, ਤੇ ਮੈਂ ਸਤ ਸੰਗਤੀਆਂ ਦੇ ਨਾਲ ਨਹੀਂ ਬਹਿ ਸਕਦਾ, ਮੈਂ ਆਮ ਉੱਚੇ ਲੋਕਾਂ ਦੇ ਨਾਲ ਨਹੀਂ ਬਹਿ ਸਕਦਾ। ਇੱਥੋਂ ਤੱਕ ਪਿੰਡ ਦੇ ਵਿੱਚ ਜਿੱਥੋਂ ਸਾਰੇ ਲੋਕ ਪਾਣੀ ਪੀਂਦੇ ਹੋਣ, ਮੈਂ ਉਸ ਖੂਹ ਤੋਂ ਪਾਣੀ ਨਹੀਂ ਪੀ ਸਕਦਾ, ਤੇ ਇੱਥੇ ਤੇ ਫਿਰ ਉੱਚੀਆਂ ਜਾਤਾਂ ਵਾਲੇ ਬੈਠੇ, ਮੈਂ ਇਸ ਕਰਕੇ ਅੰਦਰ ਨਹੀਂ ਆ ਸਕਦਾ, ਕੱਲ੍ਹ ਨੂੰ ਮੇਰਾ ਕੋਈ ਨਿਰਾਦਰ ਕਰੇਗਾ। ਤੇ ਸਿੱਖ ਨੇ ਆ ਕੇ ਮਹਾਰਾਜ ਨੂੰ ਦੱਸਿਆ, ਮਹਾਰਾਜ ਉਹ ਕਹਿੰਦਾ ਮੈਂ ਕਲਾਲ ਜਾਤ ਦਾ ਵਾਂ ਤੇ ਮੈਂ ਤਾਂ ਨਹੀਂ ਅੰਦਰ ਆ ਸਕਦਾ। ਮਹਾਰਾਜ ਕਹਿੰਦੇ ਇਹਨੂੰ ਲੈ ਕੇ ਆਓ। ਸਿੱਖ ਗਏ, ਜਾ ਕੇ ਉਹਨੂੰ ਲੈ ਕੇ ਆਏ, ਤੇ ਉਹ ਕਹਿੰਦਾ ਮਹਾਰਾਜ ਮੈਂ ਪਹਿਲੀ ਵਾਰੀ ਆਇਆ ਵਾਂ, ਮੈਨੂੰ ਨਹੀਂ ਪਤਾ ਇਸ ਘਰ ਦੀ ਮਰਿਆਦਾ, ਪਰ ਇਹ ਹੈ ਵੀ ਜੇ ਸਾਰਾ ਸੰਸਾਰ ਹੀ ਸਾਨੂੰ ਪਿੱਛੇ ਧੱਕਦਾ ਤੇ ਹੋ ਸਕਦਾ ਇਸ ਘਰ ਵਿੱਚ ਵੀ ਇੰਝ ਹੀ ਹੁੰਦਾ ਹੋਏਗਾ। ਮਹਾਰਾਜ ਮੈਂ ਕਲਾਲ ਜਾਤ ਦਾ ਵਾਂ ਤੇ ਮੈਂ ਤੁਹਾਡੇ ਨੇੜੇ ਨਹੀਂ ਆ ਸਕਦਾ, ਮੈਂ ਤਾਂ ਬਾਹਰ ਦੂਰ ਬੈਠਾ ਸੰਗਤ ਕਰ ਰਿਹਾ ਸੀ। ਗਰੀਬੀ ਸੀ, ਇੱਕ ਬਾਹਰਲੀ ਗਰੀਬੀ ਸੀ, ਇੱਕ ਅੰਦਰ ਦੀ ਗਰੀਬੀ ਸੀ ਕਿ ਮਹਾਰਾਜ ਮੈਂ ਇਸ ਜਾਤ ਦਾ, ਤੇ ਇਹ ਨਹੀਂ ਕਿ ਮੈਂ ਨੀਵੀਂ ਜਾਤ ਦਾ ਤੇ ਮੈਂ ਜੋ ਮਰਜ਼ੀ, ਭਾਵ ਇਹ ਸੀ ਕਿ ਅੰਦਰੋਂ ਵੀ ਇੰਨੀ ਗਰੀਬੀ ਧਾਰਨ ਕਰਕੇ ਰੱਖੀ ਵੀ ਉਹ ਜੋੜਿਆਂ ਦੇ ਵਿੱਚ ਦੂਰ ਹੋ ਕੇ ਬੈਠਾ। ਮਹਾਰਾਜ ਪਾਤਸ਼ਾਹ ਇੰਨੇ ਪ੍ਰਸੰਨ ਹੋਏ, ਕਹਿੰਦੇ ਤੂੰ ਕਲਾਲ ਨਹੀਂ, ਤੂੰ ਤੇ ਗੁਰੂ ਗੋਬਿੰਦ ਸਿੰਘ ਦਾ ਲਾਲ ਹੈ। ਮਹਾਰਾਜ ਪਾਤਸ਼ਾਹ ਜੀ ਨੂੰ ਉਹਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ। ਇਤਿਹਾਸ ਪੜ੍ਹਿਓ ਕਦੀ, ਪਾਤਸ਼ਾਹ ਕਹਿੰਦੇ ਨਹੀਂ ਤੂੰ ਕਲਾਲ ਨਹੀਂ, ਤੂੰ ਤੇ ਗੁਰੂ ਨਾਨਕ ਦਾ ਲਾਲ ਹੈ, ਆ ਬਹਿ ਸਾਡੇ ਕੋਲ। ਪਾਤਸ਼ਾਹ ਜੀ ਨੂੰ ਉਹਨੂੰ ਸੰਗਤ ਵਿੱਚ ਬਿਠਾਇਆ, ਉਹਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਉਹਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਭਾਵ ਇਹ ਹੈ ਕਿ ਜਦੋਂ ਅਸੀਂ ਮਨ ਦੀ ਗਰੀਬੀ ਧਾਰਨ ਕਰਦੇ ਹਾਂ ਨਾ, ਉਦੋਂ ਗੁਰੂ ਬੜਾ ਕੁਝ ਦੇ ਕੇ ਨਿਵਾਜਦਾ। ਦੇਖੋ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਪੜ੍ਹਦੇ ਹਾਂ ਤੇ ਪਾਤਸ਼ਾਹ ਜੀ ਏਮਨਾਬਾਦ ਦੀ ਧਰਤੀ ਤੇ ਭਾਈ ਲਾਲੋ ਦੇ ਘਰ ਟਿਕੇ ਨੇ। ਹੁਣ ਲਾਲੋ ਸਰੀਰ ਕਰਕੇ ਵੀ ਗਰੀਬ ਹੈ, ਪਰ ਕੱਲੀ ਸਰੀਰ ਦੀ ਗਰੀਬੀ ਵੇਖ ਕੇ ਬਾਬਾ ਉਹਦੇ ਘਰੇ ਨਹੀਂ ਗਿਆ। ਉਹ ਏਮਨਾਬਾਦ 'ਚ ਬੜੇ ਲੋਕ ਗਰੀਬ ਸੀਗੇ,
ਕੱਲਾ ਭਾਈ ਲਾਲੋ ਹੀ ਗਰੀਬ ਨਹੀਂ ਸੀ, ਬੜੇ ਗਰੀਬ ਸੀਗੇ, ਪਰ ਭਾਈ ਲਾਲੋ ਦੇ ਘਰ ਹੀ ਬਾਬਾ ਕਿਉਂ ਜਾ ਰਿਹਾ ਹੈ? ਕਿਉਂਕਿ ਉਹਦੇ ਕੋਲ ਮਨ ਦੀ ਗਰੀਬੀ ਹੈ। ਤੇ ਹਜੂਰ ਪਾਤਸ਼ਾਹ ਜੀ ਜਦੋਂ ਫਿਰ ਉਹਨੂੰ ਨਵਾਜਣ ਤੇ ਆਏ, 7 ਵਾਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਵਿੱਚ ਭਾਈ ਲਾਲੋ ਦਾ ਨਾਂ ਲਿਆ। ਜਦੋਂ ਅਸੀਂ ਇਹ ਵਚਨ ਪੜ੍ਹਦੇ ਹਾਂ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, 'ਚ 7 ਵਾਰ ਵੇ ਲਾਲੋ ਸ਼ਬਦ ਵਰਤਿਆ ਮਹਾਰਾਜ ਨੇ। ਭਾਵ ਜਦੋਂ ਮਹਾਰਾਜ ਉੱਥੋਂ ਚੱਲਣ ਲੱਗੇ, ਹੁਣ ਉਸੇ ਨਗਰ ਦਾ ਸੀ ਮਲਕ ਭਾਗੋ, ਜਿਹਦੇ ਪੂੜੇ ਮਹਾਰਾਜ ਨੇ ਛੱਡ ਦਿੱਤੇ ਸੀਗੇ। ਜਦੋਂ ਉਸ ਨਗਰ ਦਾ ਚੌਧਰਪੁਣਾ, ਜਿਵੇਂ ਅਸੀਂ ਕਹਿ ਲਈਏ ਸਰਪੰਚੀ ਜਾਂ ਨਗਰ ਦੇ ਸਾਰੇ ਅਖਤਿਆਰ ਜਿਹੜੇ ਸੀ ਉਹ ਦੇਣ ਲੱਗੇ, ਕਿਉਂਕਿ ਮਲਕ ਭਾਗੋ ਵੀ ਹੁਣ ਮਹਾਰਾਜ ਦੇ ਚਰਨਾਂ ਤੇ ਡਿੱਗ ਪਿਆ। ਮਹਾਰਾਜ ਕਹਿੰਦੇ ਨਹੀਂ, ਹੁਣ ਤੂੰ ਇਸ ਨਗਰ ਦੀ ਅਗਵਾਈ ਕਰਨ ਦੇ ਯੋਗ ਨਹੀਂ ਆ। ਬੇਸ਼ੱਕ ਤੂੰ ਉੱਚੇ ਤੋਂ ਨੀਵਾਂ ਹੋ ਗਿਆ, ਤੂੰ ਸਾਡੇ ਚਰਨਾਂ ਤੇ ਢਹਿ ਪਿਆ, ਡਿੱਗ ਪਿਆ, ਪਰ ਅੱਜ ਤੋਂ ਇਸ ਨਗਰ ਦੀ ਅਗਵਾਈ ਜਿਹੜਾ ਹੈ ਉਹ ਭਾਈ ਲਾਲੋ ਕਰੇਗਾ। ਹੁਣ ਸੰਸਾਰ ਉਹਨੂੰ ਅਖੌਤੀ ਨੀਵੀਂ ਜਾਤ ਵਾਲਾ ਕਹਿੰਦਾ, ਸੰਸਾਰ ਕਹਿੰਦਾ ਇਹਦੇ ਪੱਲੇ 'ਚ ਕੁਛ ਨਹੀਂ, ਪਰ ਜਦੋਂ ਗੁਰੂ ਨਿਵਾਜਣ ਤੇ ਆ ਗਿਆ ਤੇ ਹਜੂਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ ਵੀ ਇਸ ਨਗਰ ਦੀ ਅਗਵਾਈ ਭਾਈ ਲਾਲੋ ਕਰੇਗਾ। ਹੁਣ ਅਸੀਂ ਕੇਵਲ ਗਰੀਬੀ ਦੀ ਜਿੱਥੇ ਮੈਂ 1-2 ਉਦਾਹਰਨਾਂ ਦੇਵਾਂ, ਇੱਕ ਪਾਸੇ ਭਾਈ ਮਰਦਾਨਾ ਹੈ, ਜਿਹਨੂੰ ਸੰਸਾਰ ਕਹਿੰਦਾ ਵੀ ਇਹ ਅਖੌਤੀ ਨੀਵੀਂ ਜਾਤ ਨਾਲ ਸੰਬੰਧ ਰੱਖਦਾ, ਇਹ ਮਿਰਾਸੀ ਹੈ, ਇਹ ਆਮ ਲੋਕਾਂ ਦੇ ਚੁੱਲ੍ਹੇ ਨਹੀਂ ਚੜ੍ਹ ਸਕਦਾ, ਇਹ ਆਮ ਲੋਕਾਂ ਦੇ ਘਰ ਅੰਦਰ ਨਹੀਂ ਜਾ ਸਕਦਾ, ਇਹ ਕਿਸੇ ਉੱਚੇ ਦੇ ਨਾਲ ਬਹਿ ਨਹੀਂ ਸਕਦਾ, ਇਹ ਕਿਸੇ ਉੱਚੇ ਦੀ ਸੰਗਤ ਨਹੀਂ ਕਰ ਸਕਦਾ। ਤੇ ਮੈਂ ਪਿਛਲੇ ਦਿਨ ਵੀ ਜ਼ਿਕਰ ਕੀਤਾ ਸੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਇੰਨਾ ਕੁ ਨਵਾਜਿਆ ਕਿ ਜਿੱਥੇ ਵੀ ਕੋਈ ਪੁੱਛਦਾ ਸੀ ਬਾਬਾ ਤੇਰੇ ਨਾਲ ਕੌਣ ਹੈ, ਤੇ ਆਪਾਂ ਕਹਿ ਦਿੰਦੇ ਨੇ ਨਾ ਸਾਡੇ ਨਾਲ ਸਿੰਘ ਆਏ ਨੇ, ਸਾਡੇ ਨਾਲ ਭਚੰਗੀ ਹੈ, ਸਾਡੇ ਨਾਲ ਪਰਿਵਾਰ ਦੇ ਜੀਅ ਨੇ, ਆ ਸਾਡੇ ਗਵਾਂਢੀਆਂ ਦਾ ਪੁੱਤ ਆਇਆ, ਆ ਸਾਡਾ ਭਰਾ ਆਇਆ, ਆ ਫਲਾਣਾ ਫਲਾਣਾ ਆਪਾਂ ਸ਼ਬਦ ਵਰਤਦੇ। ਕਿਤੇ ਵੀ ਗੁਰੂ ਨਾਨਕ ਨੇ ਇਹ ਨਹੀਂ ਕਿਹਾ ਵੀ ਇਹ ਮੇਰੇ ਪਿੰਡ ਦਾ, ਕਿਤੇ ਵੀ ਗੁਰੂ ਨਾਨਕ ਨੇ ਇਹ ਨਹੀਂ ਕਿਹਾ ਸਾਡਾ ਗਵਾਂਢੀ ਹੈ। ਜੇ ਕੋਈ ਪੁੱਛਦਾ ਸੀ ਵੀ ਆ ਤੇਰੇ ਨਾਲ ਕੌਣ ਹੈ ਬਾਬਾ, ਤੇ ਕਿਤੇ ਗੁਰੂ ਨਾਨਕ ਨੇ ਇਹ ਨਹੀਂ ਕਿਹਾ ਵੀ ਇਹ ਮੇਰੀ ਇੱਕ ਪਹਿਚਾਣ ਦਾ ਹੈ, ਜਾਂ ਮੇਰੇ ਭਰਾਵਾਂ ਵਰਗਾ ਹੈ, ਜਾਂ ਸਾਡੀ ਰਿਸ਼ਤੇਦਾਰੀ 'ਚੋਂ ਹੈ, ਜਾਂ ਸਾਡੇ ਵੱਡਿਆਂ ਦੇ ਘਰ ਇਹਦੇ ਆਉਣਾ ਜਾਣਾ ਸੀਗਾ। ਨਹੀਂ, ਜਦੋਂ ਵੀ ਕਿਸੇ ਨੇ ਪੁੱਛਿਆ ਬਾਬਾ ਇਹ ਕੌਣ ਹੈ, ਤਾਂ ਗੁਰੂ ਨਾਨਕ ਪਾਤਸ਼ਾਹ ਨੇ ਇਹਦੀ ਇੰਟਰੋਡਕਸ਼ਨ ਕਰਾਉਂਦਾ ਇੱਕ ਹੀ ਸ਼ਬਦ ਕਿਹਾ, ਇਹ ਮੇਰਾ ਭਾਈ ਹੈ। ਕਿਤੇ ਨਹੀਂ ਕਿਹਾ ਵੀ ਇਹ ਮੇਰਾ ਸਿੱਖ ਹੈ, ਕਿਤੇ ਨਹੀਂ ਕਿਹਾ ਮੇਰਾ ਚੇਲਾ ਹੈ, ਜਾਂ ਇਹ ਸ਼ਬਦ ਵਰਤਿਆ ਹੋਵੇ ਵੀ ਇਹ ਤਾਂ ਮੇਰਾ ਸਾਥੀ ਹੈ, ਇਹ ਮੇਰਾ ਹਮਸਫਰ ਹੈ, ਨਾਲ ਚੱਲਣ ਵਾਲਾ ਹੈ, ਇਹ ਤਾਂ ਇੱਕ ਮੁਸਾਫਿਰ ਹੈ। ਜਦੋਂ ਵੀ ਸ਼ਬਦ ਵਰਤਿਆ ਮੇਰਾ ਭਾਈ ਹੈ। ਜਿਸ ਨੂੰ ਦੁਨੀਆ ਕਹਿੰਦੀ ਸੀ ਮਰਦਾਨੇ ਨੂੰ ਤਾਂ ਚੌਂਕੇ ਨਹੀਂ ਵੜਨ ਦੇਣਾ, ਤੇ ਬਾਬਾ ਕਹਿੰਦਾ ਨਹੀਂ ਦੁਨੀਆ ਦੇ ਲੋਕੋ, ਇਹਦੀ ਨਿਮਰਤਾ, ਇਹਦੀ ਗਰੀਬੀ ਹੈ, ਮੈਨੂੰ ਆਪਣਾ ਭਾਈ ਬਣਾ ਲਿਆ। ਦੇਖੋ ਜਦੋਂ ਆਪ ਜੀ ਪਟਨਾ ਸਾਹਿਬ ਦੀਦਾਰ ਕਰਨ ਆਏ ਹੋ, ਜਦੋਂ ਆਪ ਜੀ ਤਖਤ ਸਾਹਿਬ ਦੀਦਾਰ ਕਰਦੇ ਹੋ, ਤੇ ਪਰਿਕਰਮਾ ਜਦੋਂ ਅੰਦਰਲੀ ਪਰਿਕਰਮਾ ਕਰੋਗੇ, ਜਿੱਥੇ ਹਜੂਰ ਪਾਤਸ਼ਾਹ ਜੀ ਦਾ ਮੁਬਾਰਕ ਅਸਥਾਨ ਹੈ, ਜਿੱਥੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਆਪ ਜੀ ਦੀ ਜਾਣਕਾਰੀ ਲਈ ਇੱਕ ਜ਼ਿਕਰ ਕਰਾਂ। ਕਈ ਦਫਾ ਕੁਝ ਇਹ ਵੀ ਪੁੱਛ ਲੈਂਦੇ ਨੇ, ਕੁਝ ਸੋਚ ਲੈਂਦੇ ਨੇ ਮਨ ਦੇ ਵਿੱਚ ਵੀ ਇਹ ਇੰਨਾ ਵੱਡਾ ਮਹਾਰਾਜ ਜੀ ਦਾ ਅੰਦਰਲਾ ਜਿਹੜਾ ਕਮਰਾ ਹੈ, ਤੇ ਕੀ ਇਹ ਸਾਹਮਣੇ ਹੀ ਮਹਾਰਾਜ ਦਾ ਪ੍ਰਕਾਸ਼ ਹੈ? ਇਹਦਾ ਕੀ ਕਾਰਨ ਹੈ? ਵੀ ਕਈ ਵਾਰ ਤੁਹਾਡੇ ਮਨ 'ਚ ਭਾਵਨਾ ਬਣਦੀ ਹੋਵੇਗੀ ਵੀ ਇੰਨਾ ਵੱਡਾ ਇਹ ਕਮਰਾ ਹੈ ਜਿਹੜਾ ਅੱਜ ਅੰਦਰ ਤਖਤ ਸਾਹਿਬ ਹੈ, ਹਰਿਮੰਦਰ ਸਾਹਿਬ ਹੈ ਜੋ ਅੰਦਰ, ਕਈ ਵਾਰ ਮਨ 'ਚ ਖਿਆਲ ਆਉਂਦਾ ਹੋਣਾ ਵੀ ਜਦੋਂ ਹਜੂਰ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਹੋਵੇਗਾ, ਇਸ ਕਮਰੇ 'ਚ ਕਿੱਥੇ ਅਵਤਾਰ ਲਿਆ ਹੋਵੇਗਾ? ਤਾਂ ਜੋ ਰਵਾਇਤ ਹੈ ਇੱਥੇ, ਜੋ ਪੁਰਾਣੇ ਬਜ਼ੁਰਗ ਜਾਂ ਇਤਿਹਾਸ ਦੱਸਦਾ ਹੈ ਕਿ ਜਿੱਥੇ ਮਹਾਰਾਜ ਸਾਹਿਬ ਜੀ ਦਾ ਅੱਜ ਪ੍ਰਕਾਸ਼ ਹੈ ਨਾ, ਮਾਤਾ ਗੁਜਰ ਕੌਰ ਜੀ ਦਾ ਜਿਹੜਾ ਮੰਜਾ ਸੀ, ਜਿਹੜਾ ਪਲੰਗ ਸੀ, ਜਿਹੜਾ ਉਹਨਾਂ ਦਾ ਆਸਣ ਸੀ, ਜਿਹਦੇ ਉੱਤੇ ਉਸ ਵੇਲੇ ਸੁਭਾਏਮਾਨ ਸੀ, ਆਰਾਮ ਕਰ ਰਹੇ ਸੀ, ਸਰੀਰ ਕਰਕੇ ਲੇਟੇ ਹੋਏ ਸੀ, ਬਿਲਕੁਲ ਉਸੇ ਜਗ੍ਹਾ ਦੇ ਉੱਤੇ ਸੀਗਾ ਜਿੱਥੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ। ਜੇ ਆਪ ਜੀ ਇਹ ਸੋਚੋ ਵੀ ਪਤਾ ਨਹੀਂ ਐਡੇ ਵੱਡੇ ਕਮਰੇ 'ਚ ਕਿੱਥੇ ਪ੍ਰਕਾਸ਼ ਹੋਇਆ ਹੋਣਾ, ਸ਼ੁਰੂ ਤੋਂ ਉਹੀ ਜਗ੍ਹਾ ਹੈ ਜੋ ਹੂਬਹੂ ਬਿਲਕੁਲ ਇੱਧਰ ਉੱਧਰ ਕਿਤੇ ਪ੍ਰਕਾਸ਼ ਨਹੀਂ ਕੀਤਾ, ਉਹੀ ਜਗ੍ਹਾ ਹੈ ਜਿੱਥੇ ਅੱਜ ਮਹਾਰਾਜ ਦਾ ਪ੍ਰਕਾਸ਼ ਹੈ, ਤੇ ਉਹੀ ਜਗ੍ਹਾ ਹੈ ਜਿੱਥੇ ਕਦੀ ਮਾਤਾ ਗੁਜਰ ਕੌਰ ਜੀ ਦਾ ਸੋਹਣਾ ਮੰਜਾ ਜਿਹੜਾ ਲੱਗਾ ਸੀ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਵਤਾਰ ਧਾਰਿਆ ਸੀ। ਮੈਂ ਜਿਹੜੀ ਗੱਲ ਕਰਾਂ, ਉੱਥੇ ਆਪ ਜੀ ਪਿਛਲੇ ਪਾਸੇ ਜਦੋਂ ਅੰਦਰ ਲਿਖਿਆ ਇਤਿਹਾਸ ਪੜ੍ਹਦੇ ਹੋ, ਉੱਥੇ ਲਿਖਿਆ ਵੀ ਸਾਲਸਰਾਏ ਜੌਹਰੀ ਦੀ ਹਵੇਲੀ ਸੀ। ਪਰ ਆਪ ਜੀ ਹੋਰ ਜ਼ਿਆਦਾ ਇਤਿਹਾਸ ਨੂੰ ਜੇ ਕਿਤਾਬਾਂ ਵਿੱਚ ਪੜ੍ਹੋ ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜਦੋਂ ਇੱਥੇ ਆਉਂਦੇ ਨੇ ਤਾਂ ਭਾਈ ਅਧਰਕਾ ਜਿਹੜਾ ਸੀ, ਸਾਲਸਰਾਏ ਜੌਹਰੀ ਦਾ ਜਿਹੜਾ ਨੌਕਰ ਸੀ, ਉਹ ਹੀ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਦਾ ਜਾ ਕੇ, ਕਿਉਂਕਿ ਖੈਰ ਘਟਨਾ ਥੋੜ੍ਹੀ ਲੰਬੇਰੀ ਹੋ ਜਾਂਦੀ ਹੈ। ਮਹਾਰਾਜ ਨੇ ਜਦੋਂ ਲਾਲ ਦੇ ਕੇ ਭਾਈ ਮਰਦਾਨੇ ਨੂੰ ਭੇਜਿਆ, ਸਾਲਸਰਾਏ ਜੌਹਰੀ ਨੇ ਵੇਖਿਆ, ਉਹਨੇ ਫਿਰ ਆਪਣਾ ਨੌਕਰ ਭੇਜਿਆ ਵੀ ਜਾ ਵੇਖ ਕੇ ਆ ਕੌਣ ਹੈ, ਕਿਹੜੇ ਫਕੀਰ ਨੇ, ਲੰਮੀ ਵਾਰਤਾਲਾਪ ਹੋਈ। ਉਹ ਪਹਿਲਾਂ ਮਹਾਰਾਜ ਦੇ ਕੋਲ ਆਇਆ, ਫਿਰ ਸਾਲਸਰਾਏ ਜੌਹਰੀ
ਉਹ ਫਿਰ ਮਹਾਰਾਜ ਦੇ ਵਾਸਤੇ ਸੋਹਣੇ ਪਦਾਰਥ ਲੈ ਕੇ, ਭੇਟਾਵਾਂ ਲੈ ਕੇ ਮਹਾਰਾਜ ਜੀ ਦੇ ਕੋਲ ਗਿਆ, ਮਹਾਰਾਜ ਨੂੰ ਆਪਣੇ ਗ੍ਰਹਿ ਲੈ ਕੇ ਆਇਆ। ਤੇ ਫਿਰ ਮਹਾਰਾਜ ਨੇ ਜਿਹੜੀ ਪਹਿਲੀ ਪ੍ਰਚਾਰ ਦੀ ਮੰਜੀ ਸੀਗੀ ਉਹ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ। ਤੇ ਜੋ ਪੁਰਾਣੀਆਂ ਰਵਾਇਤਾਂ ਅਨੁਸਾਰ ਅਸੀਂ ਪੜ੍ਹਦੇ ਹਾਂ ਕਿ ਹਜੂਰ ਪਾਤਸ਼ਾਹ ਜੀ ਨੇ ਭਾਈ ਅਧਰਕੇ ਨੂੰ ਨਵਾਜਿਆ। ਕਹਿੰਦੇ ਵੀ ਇਹ ਸਭ ਤੋਂ ਪਹਿਲਾਂ ਇਹ ਬਖਸ਼ਿਸ਼ ਜਿਹੜੀ ਹੈ, ਮੰਜੀ ਦੀ ਬਖਸ਼ਿਸ਼ ਸਾਲਸਰਾਏ ਜੌਹਰੀ ਨੂੰ, ਪਰ ਪਾਤਸ਼ਾਹ ਜੀ ਕਹਿੰਦੇ ਇਹ ਬਖਸ਼ਿਸ਼ ਤੈਨੂੰ ਅਸੀਂ ਨਹੀਂ ਦੇਵਾਂਗੇ, ਇਹ ਬਖਸ਼ਿਸ਼ ਤੈਨੂੰ ਅਧਰਕੇ ਤੋਂ ਮਿਲੇਗੀ। ਭਾਵ ਇਹ ਹੈ, ਥੋੜ੍ਹਾ ਜਿਹਾ ਇਸ ਗੱਲ ਨੂੰ ਸਮਝੀਏ। ਪਾਤਸ਼ਾਹ ਜੀ ਕਹਿੰਦੇ ਵੀ ਇਹ ਕੌਣ ਹੈ? ਉਹ ਕਹਿੰਦਾ ਜੀ ਮੇਰਾ ਨੌਕਰ ਹੈ। ਆਮ ਹੀ ਜਿਹੜੀ ਗੱਲ ਚੱਲਦੀ ਹੈ, ਮੇਰਾ ਨੌਕਰ ਹੈ, ਮੇਰੇ ਘਰ ਦਾ ਕੰਮ ਕਰਨ ਵਾਲਾ ਹੈ। ਸਾਹਿਬ ਪਾਤਸ਼ਾਹ ਕਹਿੰਦੇ ਨੌਕਰ ਨਹੀਂ, ਅੱਜ ਤੋਂ ਅਸੀਂ ਇਹਨੂੰ ਬਖਸ਼ਿਸ਼ ਦਿੱਤੀ। ਹੁਣ ਇਹ ਪਹਿਲਾਂ ਸਾਡੇ ਕੋਲ ਆਇਆ ਸੀ, ਇਸ ਕਰਕੇ ਜਿਹੜੀ ਬਖਸ਼ਿਸ਼ ਤੈਨੂੰ ਮਿਲਣੀ ਹੈ ਇਹ ਭਾਈ ਅਧਰਕੇ ਦੇ ਵਿੱਚ ਦੀ ਹੋ ਕੇ ਪਹਿਲਾਂ ਇਹ ਮਾਣੇਗਾ, ਉਸ ਤੋਂ ਬਾਅਦ ਇਹ ਬਖਸ਼ਿਸ਼ ਤੈਨੂੰ ਮਿਲੇਗੀ। ਭਾਵ ਇਹ ਜਿਹੜਾ ਨਿਮਰਤਾ ਧਾਰਨ ਕਰਦਾ ਹੈ ਇਸ ਘਰ ਦੇ ਅੰਦਰ, ਉਹਨੂੰ ਬਹੁਤ ਵੱਡੇ ਮਰਾਤਬੇ ਜਿਹੜੇ ਨੇ ਹਜੂਰ ਪਾਤਸ਼ਾਹ ਜੀ ਬਖਸ਼ਦੇ ਨੇ। ਬੜੇ ਇਤਿਹਾਸ ਦੇ ਪੰਨੇ ਨੇ, ਜਿੰਨੇ ਮਰਜ਼ੀ ਇੱਥੇ ਖੋਲੀ ਜਾਈਏ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ, ਦਾਤਾ ਅਸਲ 'ਚ ਕੀ ਹੈ, ਸਾਡੇ ਵਰਗਾ ਦੀਨ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਅਬ ਪਤਿਆਰ ਕਿਆ ਕੀਜੈ, ਸਾਹਮਣੇ ਖੜਾ ਹੈ ਪਰਮੇਸ਼ਰ। ਤਾਂ ਭਗਤ ਜੀ ਕਹਿੰਦੇ, ਦਾਤਾ ਹੁਣ ਮੇਰੇ ਪ੍ਰਤਿਆਵੇ ਕੀ ਲੈ ਰਿਹਾ ਹੈ, ਮੇਰੀਆਂ ਪ੍ਰੀਖਿਆਵਾਂ ਕੀ ਲੈ ਰਿਹਾ ਹੈ, ਮੇਰੇ ਉੱਤੇ ਕਸਵੱਟੀਆਂ ਕੀ ਲਾ ਰਿਹਾ ਹੈ। ਮੈਂ ਤੇ ਪਹਿਲਾਂ ਹੀ ਕਿੰਨੀਆਂ ਕਸਵੱਟੀਆਂ ਵਿੱਚੋਂ ਨਿਕਲ ਕੇ ਤੇਰੇ ਤੱਕ ਪਹੁੰਚਿਆ ਹਾਂ। ਦਾਤਾ ਹੁਣ ਇਸ ਤੋਂ ਵੱਧ ਕੇ ਮੇਰੇ ਤੇ ਕਸਵੱਟੀ ਨਾ ਲਾਈ। ਤੇ ਦੇਖੋ ਜਿਹੜੀਆਂ ਕਸਵੱਟੀਆਂ 'ਚੋਂ ਭਗਤ ਗੁਜ਼ਰ ਗਏ ਨਾ, ਅਸੀਂ ਆਮ ਸੰਸਾਰੀ ਇੱਕ ਦਿਨ ਵੀ ਉਹ ਕਸਵੱਟੀ ਸਹਿਣ ਨਹੀਂ ਕਰ ਸਕਦੇ। ਅਸੀਂ ਛਾਲਾਂ ਜਿੰਨੀਆਂ ਮਰਜ਼ੀ ਮਾਰੀਏ। ਭਗਤਾਂ ਨੇ ਦੇਖੋ ਸਮੇਂ ਦੀਆਂ ਹਕੂਮਤਾਂ ਤੋਂ ਵੀ ਦੁੱਖ ਸਹਿਣ ਕੀਤੇ। ਕਿਤੇ ਭਗਤ ਕਬੀਰ ਸਾਹਿਬ ਜੀ ਨੂੰ, ਭਗਤ ਨਾਮਦੇਵ ਸਾਹਿਬ ਜੀ ਨੂੰ ਕਦੀ ਪਹਾੜਾਂ ਤੋਂ ਸੁੱਟਿਆ ਜਾ ਰਿਹਾ ਹੈ, ਕਦੀ ਲੋਕ ਵਿਰੋਧ ਕਰਦੇ ਨੇ, ਕਦੀ ਉਹਨਾਂ ਨੂੰ ਨਦੀ 'ਚ ਸੁੱਟਿਆ ਜਾ ਰਿਹਾ, ਕਦੀ ਹੱਥ ਪੈਰ ਬੰਨ੍ਹ ਕੇ ਸੁੱਟਿਆ ਜਾ ਰਿਹਾ। ਪਰ ਫਿਰ ਵੀ ਉਹ ਬੰਦਗੀ ਤਾਂ ਨਹੀਂ ਛੱਡਦੇ ਨਾ। ਸਾਨੂੰ ਤੇ ਮਾੜਾ ਜਿਹਾ ਕੋਈ ਓਏ ਕਹਿ ਦੇ ਵੀ ਤੂੰ ਗੁਰੂ ਘਰ ਨਹੀਂ ਆਇਆ, ਤੂੰ ਗੁਰੂ ਘਰ ਆਉਣਾ, ਤੂੰ ਆਹ ਕਰਦਾ ਉਹ ਕਰਦਾ, ਅਸੀਂ ਤਾਂ ਉਸੇ ਵੇਲੇ ਗੁਰੂ ਦਾ ਲੜ ਛੱਡ ਦਿੰਦੇ ਹਾਂ। ਸੋ ਖੈਰ ਭਗਤ ਜੀ ਕਹਿੰਦੇ, ਦਾਤਾ ਹੋਰ ਪ੍ਰੀਖਿਆਵਾਂ ਨਾ ਲੈ, ਪਹਿਲਾਂ ਹੀ ਤੂੰ ਸੰਸਾਰ ਦੇ ਵਿੱਚ, ਭਾਵੇਂ ਇਸ ਜਾਤ ਤੋਂ ਮੈਂ ਖੁਸ਼ ਹਾਂ, ਮੈਨੂੰ ਕੋਈ ਫਰਕ ਨਹੀਂ ਪੈਂਦਾ ਲੋਕ ਮੈਨੂੰ ਕੀ ਕਹਿੰਦੇ ਨੇ, ਪਰ ਫਿਰ ਵੀ ਸੰਸਾਰ ਤੇ ਮੈਨੂੰ ਮਾੜੀ ਨਿਗਾਹ ਨਾਲ ਦੇਖਦਾ ਨਾ, ਸੰਸਾਰ ਤੇ ਮੈਨੂੰ ਦੁਰਕਾਰਦਾ ਨਾ, ਪਰ ਫਿਰ ਵੀ ਮੈਂ ਤੇਰੇ ਨਾਲ ਜੁੜਿਆ। ਪਰ ਦਾਤਾ ਹੁਣ ਮੇਰਾ ਪ੍ਰਤਿਆਵਾ ਨਾ ਲੈ, ਹੁਣ ਮੇਰੇ ਤੇ ਹੋਰ ਪ੍ਰੀਖਿਆ ਨਾ ਪਾ, ਕਿਉਂਕਿ ਮੈਂ ਪਹਿਲਾਂ ਹੀ ਦੀਨ ਹਾਂ ਤੇ ਮੈਨੂੰ ਤੇਰੇ ਵਰਗਾ ਦਿਆਲੂ ਕੋਈ ਨਹੀਂ ਦਿਸਦਾ। ਤੂੰ ਆਪਣੇ ਸੁਭਾਅ ਦੀ ਪ੍ਰਤਪਾਲਨਾ ਕਰਕੇ ਮੈਨੂੰ ਗੱਲ ਲਾਉਣਾ ਕਰ। ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ। ਦਾਤਾ ਤੇਰੇ ਜਿਹੜੇ ਬਚਨ ਨੇ ਨਾ, ਇਹਨਾਂ ਬਚਨਾਂ ਦੇ ਨਾਲ ਮੇਰਾ ਮਨ ਮੰਨਦਾ। ਤੇਰੇ ਜਿਹੜੇ ਬਚਨ, ਜਿਹੜੇ ਸਤ ਸੰਗਤ ਵਿੱਚ ਤੂੰ ਬਖਸ਼ਦਾ ਹੈ, ਜਾਂ ਕੋਈ ਬਚਨ ਜੋ ਸਤ ਸਰੂਪ ਨੂੰ ਪ੍ਰਾਪਤ ਕਰਾਉਣ ਵਾਲੇ ਬਚਨ ਨੇ, ਜਦੋਂ ਇਹਨਾਂ ਬਚਨਾਂ ਨੂੰ ਮੈਂ ਸੁਣਦਾ ਮੇਰਾ ਮਨ ਮੰਨਦਾ ਹੈ। ਤੇ ਸਭ ਤੋਂ ਔਖੀ ਖੇਡ ਹੀ ਇਸ ਮਨ ਨੂੰ ਮਨਾਉਣ ਦੀ ਹੈ। ਭਗਤ ਸਾਹਿਬ ਜੀ ਇੱਕ ਬਚਨ ਕਹਿੰਦੇ ਬਾਣੀ 'ਚ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਮਨ ਮੰਨ ਗਿਆ ਤੇ ਔਖੀ ਖੇਡ ਹੀ ਇਸ ਮਨ ਨੂੰ ਮਨਾਉਣ ਵਾਲੀ। ਜਦੋਂ ਮਨ ਮੰਨ ਗਿਆ ਫਿਰ ਠੀਕ ਹੈ, ਲੋਕ ਨਾ ਭਤੀਜੈ, ਇਹਨਾਂ ਲੋਕਾਂ ਨੇ ਖੁਸ਼ ਨਹੀਂ ਹੋਣਾ, ਇਹ ਲੋਕ ਤੇਰੇ ਤੋਂ ਟੁੱਟਣਗੇ। ਜਿਹੜੇ ਲੋਕ ਤੇਰੇ ਤੋਂ ਖੁਸ਼ਾਮਦੀ ਭਾਲਦੇ ਨੇ ਪਿਛਾਂ ਹਟ ਜਾਣਗੇ, ਪਰ ਨਹੀਂ ਭਤੀਜਦੇ ਤੋ ਕਿਆ ਕੀਜੇ, ਮੈਂ ਲੋਕਾਂ ਤੋਂ ਕੀ ਲੈਣਾ, ਮੇਰਾ ਤਾਂ ਉਹਦੇ ਨਾਲ ਸਾਂਝ ਸੀਗੀ, ਉਹਦੇ ਨਾਲ ਮਨ ਜਿਹੜਾ ਭਤੀਜ ਗਿਆ। ਇਸ ਮਨ ਦੀ ਖੇਡ ਹੈ ਨਾ ਜਿਹੜੀ, ਇਸ ਮਨ ਦੇ ਨਾਲ ਇੱਕ ਲੜਾਈ ਕਰਨੀ ਪੈਂਦੀ ਹੈ, ਜਿਹਨੂੰ ਸਾਹਿਬ ਪਾਤਸ਼ਾਹ ਬਾਣੀ 'ਚ ਕਹਿੰਦੇ ਇਸ ਮਨ ਦੇ ਬੜੇ ਰੂਪ ਨੇ। ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤਤ ਕੋ ਜੀਓ, ਇਹੋ ਮਨ ਲੈ ਜਾਓ ਉਨ ਮਨ ਚੜ੍ਹੈ ਤੋ ਤੀਨ ਲੋਕ ਕੀ ਬਾਤਾਂ ਕਹੇ। ਇਸ ਮਨ ਕੋਲ ਬੜਾ ਕੁਛ ਹੈ। ਇਹ ਮਨ ਛਿਨ ਦੇ ਵਿੱਚ ਕੁਛ ਬਣਦਾ ਹੈ, ਛਿਨ ਵਿੱਚ ਕੁਛ ਬਣ ਜਾਂਦਾ। ਇੱਕ ਛਿਨ ਵਿੱਚ ਸ਼ੇਰ ਵੀ ਬਣੇਗਾ, ਛਿਨ ਵਿੱਚ ਗਿੱਦੜ ਵੀ ਬਣੇਗਾ, ਛਿਨ ਵਿੱਚ ਰਾਜਾ ਵੀ ਬਣੇਗਾ, ਛਿਨ ਵਿੱਚ ਭਿਖਾਰੀ ਵੀ ਬਣੇਗਾ। ਇਸ ਮਨ ਦੇ ਕੋਲ ਬੜਾ ਕੁਛ ਹੈ। ਤੇ ਇਹਨੂੰ ਸਾਹਿਬ ਜੀ ਬਾਣੀ ਅੰਦਰ ਇੰਜ ਵੀ ਕਹਿੰਦੇ ਕਿ ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਅਸੀਂ ਜ਼ਿੰਦਗੀ ਵਿੱਚ ਇਸ ਮਨ ਨਾਲ ਥੋੜ੍ਹੀ ਜਿਹੀ ਲੜਾਈ ਕਰਨੀ ਪੈਣੀ ਹੈ, ਜਿਹਨੂੰ ਹਜੂਰ ਪਾਤਸ਼ਾਹ ਗੁਰ ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸੇ ਨੂੰ ਹੁਕਮ ਕੀਤਾ ਤੇ ਪਾਤਸ਼ਾਹ ਕਹਿੰਦੇ, ਖਾਲਸਾ ਸੋਏ ਜੋ ਚੜ੍ਹੈ ਤੁਰੰਗ, ਖਾਲਸਾ ਸੋਏ ਜੋ ਕਰੈ ਨਿਤ ਜੰਗ। ਵੀ ਖਾਲਸਾ ਉਹ ਜਿਹੜਾ ਰੋਜ਼ ਜੰਗ ਕਰੇ। ਤੇ ਹੁਣ ਜੰਗ ਦਾ ਮਤਲਬ ਇਹ ਨਹੀਂ ਵੀ ਆਪਸ 'ਚ ਹੀ ਪੱਗਾਂ ਲਾਈ ਜਾਵੇ, ਆਪਸ 'ਚ ਹੀ ਇੱਕ ਦੂਜੇ ਨੂੰ ਮਾਰੀ ਜਾਵੇ, ਨਹੀਂ। ਜੰਗ ਕੀ ਕਰਨੀ, ਅਨ ਦਿਨ ਆਪ ਆਪਸਿਓਂ ਲੜੈ, ਦਿਨ ਰਾਤ ਆਪਣੇ ਵਕਾਰਾਂ ਦੇ ਨਾਲ ਲੜਦਾ ਹੋਵੇ, ਦਿਨ ਰਾਤ ਇਸ ਮਨ ਦੇ ਨਾਲ ਲੜਦਾ ਹੋਵੇ, ਉਹ ਖਾਲਸਾ ਹੈ। ਤਾਂ ਇਸ ਮਨ ਦੇ ਨਾਲ ਥੋੜ੍ਹੀ ਲੜਾਈ ਕਰਨੀ ਪੈਂਦੀ ਹੈ, ਇਸ ਮਨ ਦੇ ਨਾਲ ਥੋੜ੍ਹਾ ਜਿਹਾ ਜੂਝਣਾ ਪੈਂਦਾ,
ਤਾਂ ਜਾ ਕੇ ਮੰਨਦਾ। ਇਸ ਮਨ ਦਾ ਚਲੋ ਮੈਂ ਥੋੜ੍ਹਾ ਜਿਹਾ ਆਪ ਨਾਲ ਇੱਕ ਜ਼ਿਕਰ ਕਰਾਂ। ਭਗਤ ਸਾਹਿਬ ਜੀ ਕਹਿੰਦੇ ਮਨ ਮਾਨੈ, ਇਹ ਮੇਰਾ ਮਨ ਤੇਰੇ ਬਚਨਾਂ ਨਾਲ ਮੰਨਦਾ। ਮਨ ਛੇਤੀ ਸਹਿਮਤ ਨਹੀਂ ਹੁੰਦਾ ਕਿਸੇ ਚੀਜ਼ ਦੇ ਨਾਲ, ਪਰ ਕੀ ਕਰਨਾ ਪਏਗਾ। ਜਿਵੇਂ ਮੈਂ ਆਰੰਭਤਾ ਤੇ ਵੀ ਇੱਕ ਬੇਨਤੀ ਕੀਤੀ ਸੀ ਕਿ ਮਨ ਜੋ ਕਹਿ ਰਿਹਾ, ਜੇ ਅਸੀਂ ਉਸ ਚੀਜ਼ ਨੂੰ ਮੰਨ ਲਿਆ ਤੇ ਸਾਡੇ ਮਨ ਦੀ ਜਿੱਤ ਹੋ ਗਈ। ਅਸੀਂ ਰੋਜ਼ ਗੁਰੂ ਘਰ ਆਉਣੇ ਆ, ਕਿਸੇ ਨੇ ਮਾੜਾ ਮੋਟਾ ਕੁਝ ਸਾਨੂੰ ਟੋਕ ਦਿੱਤਾ, ਕੁਝ ਕਹਿ ਦਿੱਤਾ, ਅਸੀਂ ਆਉਣਾ ਛੱਡਤਾ, ਉੱਥੇ ਕੀ ਹੋਇਆ, ਉਸ ਮਨ ਦੀ ਜਿੱਤ ਹੋ ਗਈ। ਕਿਉਂਕਿ ਮਨ ਤੇ ਪਹਿਲਾਂ ਹੀ ਚਾਹੁੰਦਾ ਸੀ ਤੂੰ ਇੰਜ ਕਰ, ਤੇ ਮਨ ਨੇ ਬਹਾਨਾ ਬਣਾਤਾ, ਅਸੀਂ ਉਸ ਬਹਾਨੇ ਦੀ ਲਪੇਟ ਵਿੱਚ ਆ ਗਏ, ਮਨ ਦੀ ਜਿੱਤ ਹੋ ਗਈ। ਇਸ ਮਨ ਨੂੰ ਮਾਰਨ ਦੇ ਵਾਸਤੇ ਦੇਖੋ, ਹਜ਼ੂਰ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਇੱਕ ਸਿੱਖ ਆਇਆ ਤੇ ਕਰਤਾਰਪੁਰ ਸਾਹਿਬ ਦੀ ਮੁਬਾਰਕ ਧਰਤੀ ਸੀਗੀ। ਉਹਨੇ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਆ ਕੇ ਬੇਨਤੀ ਕੀਤੀ, ਕਹਿੰਦਾ ਮਹਾਰਾਜ ਪਾਤਸ਼ਾਹ ਜੀ ਤੁਹਾਡੀ ਸੇਵਾ ਵਿੱਚ ਹਾਂ। ਜਦੋਂ ਕਰਤਾਰਪੁਰ ਸਾਹਿਬ ਮਹਾਰਾਜ ਜੀ ਆ ਕੇ ਟਿਕੇ ਨੇ ਨਾ, ਉਹ ਸਿੱਖ ਸੀ ਭਾਈ ਦੂਧਾ, ਉਹਦੇ ਘਰ ਵਾਲੀ ਮਹਾਰਾਜ ਦੀ ਬੜੀ ਸੇਵਾ ਕਰਦੀ ਸੀਗੀ, ਪਰ ਉਹਦੀ ਕੋਈ ਮਹਾਰਾਜ ਦੇ ਉੱਤੇ ਇੰਨੀ ਸ਼ਰਧਾ ਨਾ ਬਣੇ। ਇਹ ਮਨ ਹੈ, ਛੇਤੀ ਮੰਨਦਾ ਨਹੀਂ ਹੈ। ਮੈਂ ਸਿਰਫ ਮਨ ਤੇ ਇੱਕ ਛੋਟੀ ਜਿਹੀ ਉਦਾਹਰਨ ਆਪ ਜੀ ਨੂੰ ਦੇਣ ਲੱਗਾ। ਉਹਦੇ ਘਰ ਵਾਲੀ ਨੇ ਸੇਵਾ ਕਰਨੀ ਤੇ ਉਹਨੇ ਵੈਸੇ ਹੀ ਆ ਕੇ ਜਿਵੇਂ ਸਮਾਂ ਕੱਟਣਾ। ਇੱਕ ਦਿਨ ਮਹਾਰਾਜ ਖੁਸ਼ ਹੋਏ, ਕਹਿੰਦੇ ਵੀ ਅਸੀਂ ਤੈਨੂੰ ਕੁਛ ਦੇਣਾ ਚਾਹੁੰਦੇ ਆ, ਮੰਗ ਕੀ ਮੰਗਦਾ। ਤੇਰੇ ਘਰ ਵਾਲੀ ਬੜੀ ਸੇਵਾ ਕਰਦੀ, ਤੂੰ ਵੀ ਚਲੋ ਜਿੰਨਾ ਕੁ ਹੋਵੇ ਕਰਦਾ ਹੀ ਹੈ, ਮੰਗ ਕੀ ਮੰਗਦਾ। ਤੇ ਉਹ ਭਾਈ ਦੂਧਾ ਕਹਿਣ ਲੱਗਾ ਕਿ ਮਹਾਰਾਜ ਮੇਰੇ ਘਰ ਦੇ ਵਿੱਚ ਪਸ਼ੂ ਡੰਗਰਾਂ ਵਿੱਚ ਵਾਧਾ ਹੋਵੇ, ਵੀ ਜਿਸ ਤਰ੍ਹਾਂ ਦਾ ਬੰਦਾ ਕੰਮ ਕਰਦਾ ਉਹਦੇ 'ਚ ਹੀ ਵਾਧਾ ਮੰਗੇਗਾ ਨਾ। ਕਹਿੰਦਾ ਮਹਾਰਾਜ ਮੇਰੇ ਘਰ ਵਿੱਚ ਪਸ਼ੂ ਜ਼ਮੀਨ ਆਦਿਕ ਵਾਧਾ ਹੋਵੇ, ਧੀ ਪੁੱਤ ਜਿਹੜੇ ਨੇ ਸੁਖ ਵਸਣ, ਦੁੱਧ ਪੁੱਤ ਦੀ ਪ੍ਰਾਪਤੀ ਹੋਵੇ। ਮਹਾਰਾਜ ਕਹਿੰਦੇ ਨਹੀਂ, ਕੁਛ ਹੋਰ ਮੰਗ। ਕਹਿੰਦਾ ਮਹਾਰਾਜ ਹੋਰ ਕੀ ਮੰਗਣਾ, ਬਲਦਾਂ ਦੀ ਜੋੜੀ ਮਿਲ ਜੇ ਫਿਰ ਬਹੁਤ ਵੱਡੀ ਗੱਲ ਸੀ ਪੁਰਾਣੇ ਸਮੇਂ 'ਚ। ਅੱਜ ਜਿਵੇਂ ਕਿਸੇ ਕਿਸਾਨ ਲਈ ਟਰੈਕਟਰ ਲੈ ਲੈਣਾ, ਪੁਰਾਣੇ ਸਮੇਂ 'ਚ ਬਲਦ ਲੈ ਲੈਣੇ ਬਹੁਤ ਔਖੇ ਸੀਗੇ। ਕਹਿੰਦਾ ਮਹਾਰਾਜ ਫਿਰ ਬਲਦਾਂ ਦੀ ਜੋੜੀ ਮਿਲ ਜੇ। ਕਹਿੰਦਾ ਨਹੀਂ। ਹਜ਼ੂਰ ਪਾਤਸ਼ਾਹ ਕਹਿਣ ਲੱਗੇ ਨਹੀਂ, ਕੁਛ ਹੋਰ ਮੰਗ। ਭਾਈ ਮਰਦਾਨਾ ਸਾਹਿਬ ਜੀ ਕੋਲ ਬੈਠੇ, ਕਹਿੰਦੇ ਵੀ ਕੁਛ ਉੱਚਾ ਮੰਗ। ਤੇ ਉਹ ਕਹਿੰਦਾ ਵੀ ਉੱਚਾ ਕੀ ਹੁੰਦਾ, ਵੀ ਮੈਂ ਤਾਂ ਸੁਣਿਆ ਹੀ ਨਹੀਂ ਕਦੀ ਵੀ ਉੱਚਾ ਕੀ ਹੁੰਦਾ। ਕਹਿੰਦਾ ਵੀ ਮੈਨੂੰ ਤਾਂ ਇੰਨਾ ਕੋਈ ਪਤਾ ਵਾ, ਤੇ ਮੇਰਾ ਮਨ ਇਹ ਕਹਿ ਰਿਹਾ ਵੀ ਮੈਂ ਆਹ ਚੀਜ਼ਾਂ ਮੰਗਾਂ, ਮੈਂ ਮੰਗ ਲਈਆਂ। ਹਜ਼ੂਰ ਪਾਤਸ਼ਾਹ ਕਹਿੰਦੇ ਵੀ ਨਹੀਂ, ਚੱਲ ਠੀਕ ਹੈ, ਤੇਰੇ ਘਰ ਵਾਲੀ ਦੀ ਸੇਵਾ ਬੜੀ ਹੈ, ਅਸੀਂ ਉਹਦੀ ਸੇਵਾ ਨੂੰ ਮੁੱਖ ਰੱਖਦੇ ਹਾਂ, ਭਾਗ ਲਾ ਕੇ ਤੇਰੇ ਤੇ ਬਖਸ਼ਿਸ਼ ਕਰਦੇ, ਤੈਨੂੰ ਇਹ ਵੀ ਸਾਰਾ ਕੁਝ ਮਿਲੇਗਾ, ਪਰ ਨਾਲ ਤੈਨੂੰ ਨਾਮ ਦੀ ਦਾਤ ਮਿਲੇਗੀ। ਹੈਰਾਨ ਹੋ ਗਿਆ, ਕਹਿੰਦਾ ਵੀ ਕਿੱਦਾਂ, ਮੇਰਾ ਤੇ ਮਨ ਹੀ ਨਹੀਂ ਮੰਨਦਾ, ਨਾ ਮੈਂ ਸੰਗਤ ਵਿੱਚ ਆਉਣ ਲਈ ਤਿਆਰ ਹਾਂ, ਨਾ ਮੈਂ ਫਿਰ ਬੰਦਗੀ ਕਰਨ ਵਾਸਤੇ ਤਿਆਰ ਹਾਂ। ਮਨ ਦੀ ਤਾਂ ਸਾਰੀ ਖੇਡ ਸੀਗੀ। ਖੈਰ ਉਹਦਾ ਭਰਾ ਜਿਹੜਾ ਸੀ ਨਾ, ਉਹ ਸਹਿਜੇ ਸਹਿਜੇ ਉਹਨੂੰ ਵੈਰਾਗ ਲੱਗਾ ਤੇ ਉਹ ਸਾਰਾ ਕੁਝ ਛੱਡ ਕੇ ਉਹ ਘਰੋਂ ਤੁਰ ਗਿਆ। ਉਹ ਫਿਰ ਜਿੰਨੀ ਜ਼ਮੀਨ ਆਦਿਕ ਸੀ ਜਾਂ ਕੋਈ ਘਰ ਦਾ ਮਾਲ ਡੰਗਰ ਸੀ, ਉਹ ਸਾਰਾ ਕੁਝ ਭਾਈ ਦੂਧੇ ਨੂੰ ਦੇ ਗਿਆ। ਇਹਦੀ ਮਹਾਰਾਜ ਤੇ ਸ਼ਰਧਾ ਵੱਧ ਗਈ ਵੀ ਮੈਂ ਗੁਰੂ ਨਾਨਕ ਪਾਤਸ਼ਾਹ ਕੋਲ ਜਾਣ ਲੱਗਾ ਤੇ ਵਾਕਈ ਮਹਾਰਾਜ ਨੇ ਮੈਨੂੰ ਵਚਨ ਕੀਤਾ, ਮੇਰੇ ਘਰ ਵਿੱਚ ਸਾਰਾ ਕੁਝ ਆਉਣ ਲੱਗ ਗਿਆ। ਇਹਦੀ ਸ਼ਰਧਾ ਥੋੜੀ ਜਿਹੀ ਵੱਧ ਗਈ। ਇਹਨੇ ਫਿਰ ਸੇਵਾ ਕਰਨੀ ਸ਼ੁਰੂ ਕਰਤੀ। ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਨਾ ਮਹਾਰਾਜ ਪਾਤਸ਼ਾਹ ਜੀ ਇੰਜ ਬੈਠੇ ਨੇ, ਥੋੜਾ ਜਿਹਾ ਮੀਂਹ ਦਾ ਮੌਸਮ ਜਿਹੜਾ ਸਾਉਣ ਭਾਦੋਂ ਦਾ ਸ਼ੁਰੂ ਹੋਇਆ, ਤੇ ਮਹਾਰਾਜ ਕੋਲ ਬੈਠਿਆਂ ਬੈਠਿਆਂ ਕਹਿੰਦਾ ਪਾਤਸ਼ਾਹ ਜੀ ਮੇਰੇ ਮਨ ਵਿੱਚ ਆਉਂਦਾ ਹੈ ਵੀ ਸੰਗਤ ਆਉਂਦੀ ਹੈ ਤੁਹਾਡੇ ਕੋਲ ਇੰਨੀ ਵੱਡੀ ਗਿਣਤੀ ਵਿੱਚ, ਤੇ ਜੇ ਆਪ ਜੀ ਹੁਕਮ ਕਰੋ ਤਾਂ ਮੈਂ ਥੋੜੀਆਂ ਜੀਆਂ ਕੁਝ ਛਪਰੀਆਂ ਜੀਆਂ ਬਣਾ ਦੇਵਾਂ, ਵੀ ਸੰਗਤ ਆਉਂਦੀ ਹੈ, ਮੀਂਹ ਕਣੀ ਦਾ ਮੌਸਮ ਹੈ, ਤੇ ਚਲੋ ਝੱਟ ਆਪਣਾ ਸਿਰ ਲਕੋ ਲੈਣਗੇ। ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਤੇ ਕਹਿੰਦੇ ਭਾਈ ਦੂਧਾ ਦੇਖ, ਕਦੀ ਤੂੰ ਕਹਿੰਦਾ ਸੀ ਮੇਰਾ ਮਨ ਨਹੀਂ ਮੰਨਦਾ, ਤੇ ਸਭ ਤੋਂ ਪਹਿਲਾਂ ਸੰਗਤ ਕਰਨ ਦੇ ਨਾਲ, ਇੱਥੇ ਆਉਣ ਦੇ ਨਾਲ ਤੈਨੂੰ ਪਤਾ ਤੇਰੇ 'ਚ ਕਿਹੜਾ ਬਦਲਾਵ ਆਇਆ। ਕਹਿੰਦਾ ਜੀ ਨਹੀਂ। ਸਭ ਕਹਿੰਦੇ ਸਭ ਤੋਂ ਪਹਿਲਾਂ ਤੈਨੂੰ ਕੂਣ ਬੋਲਣ ਦੀ ਜਾਚ ਆ ਗਈ। ਸੰਗਤ ਵਿੱਚ ਆ ਕੇ ਜ਼ਰੂਰੀ ਨਹੀਂ ਕਿ ਜਿਹੜੇ ਬੈਠੇ ਨੇ ਇਹ ਸਿਰਫ ਮਨੁੱਖੀ ਨੇ, ਜਿਹੜੇ ਬੈਠੇ ਨੇ ਕੇਵਲ ਸਰੀਰ ਨੇ, ਤੇ ਅਸੀਂ ਕਹੀਏ ਵੀ ਮੈਂ ਕਿਤੇ ਗੁਰੂ ਘਰ ਦਾ ਪ੍ਰਧਾਨ ਵਾਂ ਜਾਂ ਮੇਰੀ ਗੁਰੂ ਘਰ ਚੱਲਦੀ ਤੇ ਮੈਂ ਇਹਨਾਂ ਨੂੰ ਜੋ ਮਰਜ਼ੀ ਕਹੀ ਜਾਵਾਂ। ਸੰਗਤ ਤੋਂ ਬਾਹਰ ਉਹ ਇਨਸਾਨ ਕਿਸੇ ਵੀ ਰੂਪ 'ਚ ਹੋ ਸਕਦਾ, ਪਰ ਜਦੋਂ ਸੰਗਤ ਵਿੱਚ ਬਹਿ ਗਿਆ ਉਦੋਂ ਗੁਰੂ ਕਾ ਰੂਪ ਹੈ, ਉਦੋਂ ਸਤ ਸੰਗਤ ਹੈ, ਉਹ ਸੰਗੀ ਹੈ ਗੁਰੂ ਕਾ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਸਭ ਤੋਂ ਪਹਿਲਾਂ ਤੈਨੂੰ ਕੂਣ ਬੋਲਣ ਦੀ ਜਾਚ ਆ ਗਈ ਵੀ ਮਹਾਰਾਜ ਤੁਹਾਡੀ ਸੰਗਤ, ਤੇ ਮੈਂ ਇਹਦੇ ਵਾਸਤੇ ਕੁਝ ਕਰਾਂ। ਫਿਰ ਉਹ ਹੌਲੀ ਹੌਲੀ ਮਹਾਰਾਜ ਨੇ ਉਹਨੂੰ ਜਦੋਂ ਹੁਕਮ ਦਿੱਤਾ, ਫਿਰ ਉਹ ਸੇਵਾ ਵਿੱਚ ਲੱਗ ਗਿਆ। ਸੇਵਾ ਕਰਦਿਆਂ ਉਹਨੇ ਕੁਝ ਛੰਨ ਜਿਹੜੀਆਂ ਸੀ ਉਹ ਬਣਾਈਆਂ। ਫਿਰ ਉਹਨੇ ਕਹਿਣਾ ਮਹਾਰਾਜ ਤੁਹਾਡੀ ਸੰਗਤ ਆਉਂਦੀ ਹੈ, ਇਹ ਬੈਠੇ ਨੇ, ਤੇ ਮੈਂ ਇਹਨਾਂ ਨੂੰ ਜਲ ਛਕਾ ਦਿਆਂ ਕਰਾਂ, ਮੈਂ ਇਹਨਾਂ ਨੂੰ ਭੋਜਨ ਪ੍ਰਸ਼ਾਦਾ ਜਿੰਨਾ ਕੁ ਮੇਰੇ ਤੋਂ ਹੋ ਸਕੇ ਮੈਂ ਇਹਨਾਂ ਦੇ ਕੋਈ ਜੋੜੇ ਝਾੜਨ ਦੀ ਸੇਵਾ ਕਰ ਲਿਆ ਕਰਾਂ। ਮਹਾਰਾਜ ਕਹਿੰਦੇ ਹਾਂ ਤੂੰ ਕਰਿਆ ਕਰ। ਫਿਰ ਉਹਦੇ 'ਚ ਇਹ ਬਦਲਾਵ ਆਇਆ। ਫਿਰ ਉਹ ਮਹਾਰਾਜ ਦੀ ਬਾਣੀ ਨਾਲ ਜੁੜਿਆ, ਤੇ ਹਜ਼ੂਰ ਪਾਤਸ਼ਾਹ ਇੱਕ ਦਿਨ ਉਹਨੂੰ ਕੋਲ ਬਿਠਾ ਕੇ ਇਹ ਕਹਿਣ ਲੱਗੇ ਭਾਈ ਦੂਧਾ ਦੇਖ, ਕਰਦਾ ਤੂੰ ਸਾਰਾ ਕੁਝ ਪਹਿਲਾਂ ਵੀ ਸੀ, ਆਉਂਦਾ ਤੂੰ ਪਹਿਲਾਂ ਵੀ ਸੀ ਸਾਡੇ ਕੋਲ, ਪਰ ਪਹਿਲਾਂ ਨਾ ਤੂੰ ਕਦੀ ਇੰਨੀ ਭਾਵਨਾ ਜਤਾਈ, ਨਾ ਤੂੰ ਕਦੀ ਸੰਗਤ ਦੀ ਸੇਵਾ ਵਾਸਤੇ ਤਤਪਰ ਹੋਇਆ। ਤੈਨੂੰ ਪਤਾ ਇਹਦਾ ਕਾਰਨ ਕੀ ਸੀ?
ਕਹਿੰਦਾ ਨਹੀਂ ਮਹਾਰਾਜ ਮੈਨੂੰ ਨਹੀਂ ਪਤਾ। ਸਾਹਿਬ ਕਹਿੰਦੇ ਉਦੋਂ ਤੇਰਾ ਮਨ ਨਹੀਂ ਸੀ ਮੰਨਦਾ ਹੁੰਦਾ ਇਹ ਕਰਨ ਵਾਸਤੇ, ਤੇ ਜ਼ਿੰਦਗੀ 'ਚ ਸਾਰੀ ਖੇਡ ਹੀ ਜਿਹੜੀ ਉਹ ਮੰਨਦੀ ਹੈ। ਸਾਹਿਬ ਕਹਿੰਦੇ ਤੂੰ ਸੰਗਤ ਵਿੱਚ ਜੁੜਿਆ, ਤੂੰ ਇੱਥੇ ਆਇਆ, ਤੇਰਾ ਮਨ ਮੰਨ ਗਿਆ। ਹੁਣ ਇਹੀ ਮਨ ਕਹਿ ਰਿਹਾ ਮੈਂ ਇਸ ਸੰਗਤ ਵਾਸਤੇ ਚਾਦਰਾਂ ਵਿਛਾਵਾਂ, ਇਹੀ ਮਨ ਕਹਿ ਰਿਹਾ ਮੈਂ ਇਸ ਸੰਗਤ ਵਾਸਤੇ ਛਪਰੀਆਂ ਬਣਾਵਾਂ, ਇਹੀ ਮਨ ਕਹਿ ਰਿਹਾ ਮੈਂ ਇਸ ਸੰਗਤ ਨੂੰ ਜਲ ਛਕਾਵਾਂ, ਇਹੀ ਮਨ ਕਹਿ ਰਿਹਾ ਮੈਨੂੰ ਸਮਾਂ ਲੱਗੇ ਤੇ ਮੈਂ ਗੁਰੂ ਨਾਨਕ ਦੇ ਬਚਨ ਸੁਣਾ। ਇਸ ਮਨ ਦੇ ਨਾਲ ਲੜਾਈ ਕਰਨੀ ਪੈਂਦੀ ਹੈ। ਇਹ ਨਹੀਂ ਕਿ ਜੇ ਮਨ ਨੇ ਕਹਿਤਾ ਆ ਨਹੀਂ ਕਰਨਾ ਤੇ ਬਸ ਅਸੀਂ ਨਹੀਂ ਕਰਨਾ, ਫਿਰ ਤਾਂ ਇਹਦੀ ਜਿੱਤ ਹੋ ਜਾਂਦੀ ਹੈ। ਇੰਝ ਸਮਝ ਲਓ, ਜੇ ਮਨ ਕਹਿ ਰਿਹਾ ਕਿ ਮੈਂ ਅੱਜ ਕੱਲਾ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਤੇ ਤੁਸੀਂ ਜਪਜੀ ਸਾਹਿਬ ਦਾ ਇੱਕ ਨਹੀਂ ਦੋ ਕਰਕੇ ਵਿਖਾਇਆ ਕਰੋ, ਤਾਂ ਇਸ ਮਨ ਦੇ ਉੱਤੇ ਜਿੱਤ ਪ੍ਰਾਪਤ ਹੋਏਗੀ। ਜੇ ਮਨ ਕਵੇ ਮੈਂ ਸਿਰਫ 10 ਮਿੰਟ ਬਹਿਣਾ, ਤਾਂ ਇਸ ਮਨ ਨੂੰ ਕਿਹਾ ਕਰ ਵੀ 10 ਮਿੰਟ ਤੇਰੇ ਆਖੇ ਤੇ 5 ਮਿੰਟ ਮੇਰੇ ਆਖੇ, ਮੈਂ 15 ਮਿੰਟ ਬਵਾਂਗਾ। ਕਿਉਂਕਿ ਜੇ ਮੈਂ 10 ਬਹਿ ਗਿਆ ਤਾਂ ਫਿਰ ਤਾਂ ਤੇਰੀ ਜਿੱਤ ਹੋ ਗਈ ਨਾ, ਮੈਂ 15 ਬਹਿ ਕੇ ਜਾਵਾਂਗਾ। ਜੇ ਮਨ ਕਵੇ ਵੀ ਮੈਂ ਸਿਰਫ ਅੱਧਾ ਘੰਟਾ ਸੇਵਾ ਕਰਨੀ, ਤੁਸੀਂ ਕਹੋ ਮੈਂ ਪੌਣਾ ਘੰਟਾ ਕਰਾਂਗਾ। ਕਿਉਂ? ਕਿਉਂਕਿ ਅੱਧਾ ਘੰਟਾ ਤੂੰ ਬੋਲਿਆ ਤੇ 15 ਹੁਣ ਤੇਰੇ ਤੋਂ ਮੈਂ ਮਨਾਵਾਂਗਾ। ਇਸ ਤਰ੍ਹਾਂ ਇਸ ਮਨ ਦੇ ਨਾਲ ਥੋੜੀ ਜੰਗ ਕਰਨੀ ਪੈਂਦੀ ਹੈ, ਮਨ ਨਾਲ ਲੜਨਾ ਪੈਂਦਾ। ਹਜੂਰ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਜਦੋਂ ਸਿੱਖ ਆਇਆ ਤੇ ਉਹਨੇ ਮਹਾਰਾਜ ਪਾਤਸ਼ਾਹ ਜੀ ਦੇ ਘਰ ਦੀ ਸੇਵਾ ਜਿਹੜੀ ਸੀ ਉਹ ਸ਼ੁਰੂ ਕੀਤੀ। ਤੇ ਇੱਕ ਦਿਨ ਉਹ ਸਿੱਖ ਦਾ ਨਾਂ ਥੋੜਾ ਵਿਸਰਿਆ। ਮਹਾਰਾਜ ਪਾਤਸ਼ਾਹ ਜੀ ਦੇ ਜਿਹੜੇ ਸਿੱਖ ਸੀਗੇ ਦੂਜੇ ਉਹਦੇ ਤੇ ਨਿਗਾਹ ਰੱਖਦੇ ਤੇ ਕਹਿੰਦੇ ਵੀ ਇਹ ਸੇਵਾ ਤੇ ਕਰਦਾ ਹੈ ਪਰ ਇਹ ਪ੍ਰਸ਼ਾਦਾ ਨਹੀਂ ਛਕਦਾ, ਤੇ ਜ਼ਰੂਰ ਇਹਦੇ ਅੰਦਰ ਹੰਕਾਰ ਹੋਏਗਾ ਵੀ ਮੈਂ ਸ਼ਾਇਦ ਉੱਚੀ ਜਾਤ ਵਾਲਾ ਤੇ ਇਹ ਮਹਾਰਾਜ ਨੇ ਸਾਂਝੀ ਪੰਗਤ ਬਿਠਾਤੀ ਹੈ ਤੇ ਮੈਂ ਇਹਨਾਂ ਨਾਲ ਬਹਿ ਕੇ ਨਹੀਂ ਛਕਣਾ। ਉਹਨਾਂ ਨੇ ਨਿਗਾਹ ਰੱਖਣੀ ਸ਼ੁਰੂ ਕਰਤੀ, ਵੇਣੇ ਖਾਂਦਾ ਕਦੋਂ ਹੈ। 5-6 ਦਿਨ ਉਹਨਾਂ ਨੇ ਵੇਖਿਆ ਵੀ ਇਹ ਸੇਵਾ ਤੇ ਬੜੀ ਲੰਗਰ 'ਚ ਕਰਦਾ ਪਰ ਇਹ ਪ੍ਰਸ਼ਾਦਾ ਨਹੀਂ ਛਕਦਾ। ਉਹਨਾਂ ਗੁਰੂ ਅਮਰਦਾਸ ਮਹਾਰਾਜ ਕੋਲ ਸ਼ਿਕਾਇਤ ਕੀਤੀ, ਕਹਿੰਦੇ ਮਹਾਰਾਜ ਜੀ ਤੁਹਾਡਾ ਫਲਾਣਾ ਜਿਹੜਾ ਸਿੱਖ ਹੈ ਨਾ, ਉਹਦੇ ਅੰਦਰ ਹੰਕਾਰ ਹੈ ਤੇ ਉਹ ਸੇਵਾ ਤੇ ਕਰਦਾ ਪਰ ਤੁਹਾਡੀ ਪੰਗਤ ਵਿੱਚ ਨਹੀਂ ਬਹਿੰਦਾ ਜਿੱਥੇ ਤੁਸੀਂ ਸਾਰਿਆਂ ਨੂੰ ਬਰਾਬਰ ਬਿਠਾਇਆ। ਮਹਾਰਾਜ ਨੇ ਉਹਨੂੰ ਬੁਲਾਇਆ, ਕਹਿੰਦੇ ਵੀ ਭਾਈ ਗੁਰਮੁਖਾ ਤੇਰੀ ਸ਼ਿਕਾਇਤ ਆਈ ਹੈ। ਮਹਾਰਾਜ ਦੱਸੋ। ਇਹ ਸਿੱਖ ਕਹਿੰਦੇ ਨੇ ਵੀ ਤੂੰ ਪ੍ਰਸ਼ਾਦਾ ਨਹੀਂ ਛਕਦਾ, ਕੀ ਤੇਰੇ ਅੰਦਰ ਹੰਕਾਰ ਹੈ? ਨਹੀਂ ਮਹਾਰਾਜ, ਹੰਕਾਰ ਕਾਹਦਾ? ਸਰੀਰ ਦਾ ਕਾਹਦਾ ਹੰਕਾਰ ਕਰਨਾ? ਕਿ ਤੇਰੇ ਅੰਦਰ ਜਾਤੀ ਹੰਕਾਰ ਹੈ? ਨਹੀਂ ਮਹਾਰਾਜ, ਬਾਣੀ ਤਾਂ ਕਹਿ ਰਹੀ ਹੈ ਕਿ ਜਦੋਂ ਸੰਸਾਰ ਦੇ ਉੱਤੇ ਆਏ ਆ ਕੋਈ ਜਾਤ ਨਹੀਂ ਸੀ ਸਾਡੇ ਕੋਲ, ਜਦੋਂ ਅਸੀਂ ਜਾਣਾ ਉਦੋਂ ਵੀ ਆਗੇ ਜਾਤ ਨਾ ਹੈ, ਅੱਗੇ ਕੋਈ ਜਾਤ ਨਹੀਂ ਪੁੱਛੀ ਜਾਣੀ, ਇਹਦਾ ਕਾਹਦਾ ਹੰਕਾਰ? ਕੀ ਇਹ ਸਿੱਖ ਝੂਠ ਬੋਲਦੇ ਨੇ? ਨਹੀਂ ਮਹਾਰਾਜ, ਇਹਨਾਂ ਕਿਉਂ ਝੂਠ ਬੋਲਣਾ? ਤੁਹਾਡਾ ਸਿੱਖ ਹੋਵੇ ਤੇ ਝੂਠ ਬੋਲੇਗਾ। ਕਿ ਤੂੰ ਝੂਠ ਬੋਲਦਾ ਵੀ ਤੂੰ ਪ੍ਰਸ਼ਾਦਾ ਨਹੀਂ ਛਕਦਾ? ਨਹੀਂ ਮਹਾਰਾਜ, ਮੈਂ ਕਿਉਂ ਝੂਠ ਬੋਲਾਂਗਾ? ਤੁਹਾਡੇ ਸਾਹਮਣੇ ਖੜਾ ਹੋ ਕੇ ਮੈਂ ਝੂਠ ਬੋਲ ਸਕਦਾ? ਫਿਰ ਮਾਜਰਾ ਕੀ ਹੈ? ਇਹ ਕਹਿੰਦੇ ਤੂੰ ਪ੍ਰਸ਼ਾਦਾ ਛਕਦਾ ਨਹੀਂ ਤੇ ਤੂੰ ਕਹਿੰਦਾ ਮੈਂ ਝੂਠ ਨਹੀਂ ਬੋਲਦਾ, ਨਾ ਇਹ ਝੂਠ ਬੋਲਦੇ, ਗੱਲ ਕੀ? ਉਹ ਕਹਿੰਦਾ ਮਹਾਰਾਜ ਗੱਲ ਇਹ ਹੈ ਕਿ ਮੇਰਾ ਮਨ ਹੰਕਾਰੀ ਹੋ ਗਿਆ ਸੀ। ਮਹਾਰਾਜ ਮੇਰੀ ਇਸ ਮਨ ਨਾਲ ਲੜਾਈ ਚੱਲਦੀ ਪਈ ਹੈ। ਮਹਾਰਾਜ ਇਸ ਮਨ ਦੇ ਨਾਲ ਫਾਈਟ ਚੱਲ ਰਹੀ, ਮੇਰੀ ਬੜੀ ਤਕੜੀ ਜੰਗ ਚੱਲਦੀ ਪਈ। ਮਹਾਰਾਜ ਕਹਿੰਦੇ ਕਿਸ ਤਰ੍ਹਾਂ ਦੀ ਜੰਗ? ਕਹਿੰਦਾ ਵੀ ਗੱਲ ਇਹ ਹੈ, ਮੈਂ ਜਦੋਂ ਸੰਗਤਾਂ ਦੇ ਜੂਠੇ ਬਰਤਨ ਜਿਹੜੇ ਉਹ ਫੜਦਾ ਝਾੜਦਾ ਵਾ ਨਾ, ਤੇ ਉਹਨਾਂ ਦੇ ਵਿੱਚੋਂ ਥੋੜਾ ਥੋੜਾ ਜਿਹੜਾ ਜੂਠਾ ਭੋਜਨ ਸੰਗਤ ਕਿਤੇ ਮਾੜਾ ਮੋਟਾ ਛੱਡ ਦਿੰਦੀ ਹੈ, ਮੈਂ ਉਹਨੂੰ ਇੱਕ ਥਾਲ 'ਚ ਇਕੱਤਰ ਕਰਦਾ ਰਹਿਣਾ। ਤੇ ਜਦੋਂ ਮੇਰਾ ਸਮਾਂ ਲੱਗਦਾ ਮੈਂ ਕਿਸੇ ਪਾਸੇ ਕੋਨੇ ਜਿਹੇ 'ਚ ਜਾ ਕੇ ਨਾ ਮਹਾਰਾਜ ਮੈਂ ਉਹ ਭੋਜਨ ਛਕ ਲੈਣਾ। ਤੁਸੀਂ ਆਪ ਸਿਆਣੇ ਹੋ ਮਹਾਰਾਜ, ਭੋਜਨ ਤੋਂ ਬਿਨਾਂ ਕਿਤੇ ਸਰੀਰ ਰਹਿ ਜਾਂਦਾ, ਭੁੱਖਾ ਥੋੜੀ ਰਹਿਣਾ। ਪਰ ਜਿਹੜਾ ਸੰਗਤ ਦਾ ਜੂਠਾ ਬਚਿਆ ਹੁੰਦਾ ਉਹ ਮੈਂ ਇਸ ਮਨ ਨੂੰ ਖਵਾਉਣਾ, ਤੇ ਮਨ ਨੂੰ ਖਵਾਉਣ ਦਾ ਕਾਰਨ ਇਹ ਹੁੰਦਾ ਹੈ, ਇਹ ਮਨ ਰੋਜ਼ ਮੈਨੂੰ ਕਹਿੰਦਾ ਮੈਂ ਫਲਾਣੀ ਜਾਤ ਵਾਲਾ, ਮੈਂ ਫਲਾਣੀ ਜਾਤ ਵਾਲਾ, ਮੈਂ ਉੱਚੀ ਜਾਤ ਵਾਲਾ। ਮੈਂ ਇਸ ਮਨ ਨੂੰ ਇਹ ਖਵਾ ਕੇ ਨਾ ਇਸ ਤਨ ਨੂੰ ਤੇ ਇਸ ਮਨ ਨੂੰ ਸਮਝਾਉਣਾ ਹੁੰਦਾ ਵੀ ਤੇਰੀ ਕੀ ਔਕਾਤ ਹੈ? ਤੂੰ ਕਹਿੰਦਾ ਮੈਂ ਉੱਚੀ ਜਾਤ ਵਾਲਾ, ਲੈ ਫਿਰ ਇੱਥੇ ਜਿਹੜੇ ਕੋਈ ਅਖੌਤੀ ਨੀਵੀਆਂ ਜਾਤਾਂ ਵਾਲੇ ਲਿਆ, ਮੈਂ ਤੈਨੂੰ ਉਹਨਾਂ ਦਾ ਜੂਠਾ ਖਵਾਉਣਾ। ਮਹਾਰਾਜ ਮੇਰੀ ਇਸ ਮਨ ਨਾਲ ਲੜਾਈ ਚੱਲਦੀ ਪਈ ਆ, ਹੋਰ ਕੋਈ ਗੱਲ ਨਹੀਂ। ਹਜੂਰ ਪਾਤਸ਼ਾਹ ਇੰਨੇ ਪ੍ਰਸੰਨ ਹੋਏ, ਕਹਿੰਦੇ ਵੀ ਦੁਨੀਆ ਤੇ ਬੜੇ ਬੜੇ ਘਾਲਣ ਵਾਲੇ ਸਿੱਖ ਵੇਖੇ ਪਰ ਤੇਰਾ ਤਰੀਕਾ ਅਲੱਗ ਹੀ ਸੀ। ਆ ਸਿੱਖਾ, ਅੱਜ ਤੋਂ ਤੇਰੇ ਅੰਦਰ ਗੁਰੂ ਨਾਨਕ ਵਰਤਦਾ ਹੈ, ਤੇਰੇ ਅੰਦਰ ਸਿੱਖੀ ਵਰਤਦੀ ਹੈ, ਅੰਦਰ ਗੁਰੂ ਬੈਠਾ ਹੈ, ਤੇ ਗੁਰੂ ਨੂੰ ਕਦੀ ਜੂਠੇ ਭੋਜਨ ਨਹੀਂ ਛਕਾਈ ਦੇ ਹੁੰਦੇ। ਤੂੰ ਪੰਗਤ ਵਿੱਚ ਬਹਿ ਕੇ ਭੋਜਨ ਛਕਿਆ ਕਰ। ਭਾਵ ਉਹ ਸਾਖੀ ਨੂੰ ਥੋੜਾ ਜਿਹਾ ਮੈਂ ਸੰਖੇਪ 'ਚ ਕਿਹਾ। ਕਹਿਣ ਦਾ ਭਾਵ ਉੱਥੇ ਹਜੂਰ ਗੁਰੂ ਅਮਰਦਾਸ ਮਹਾਰਾਜ ਉਹ ਸਿੱਖ ਨੂੰ ਕਹਿੰਦੇ ਵੀ ਵਾਕਿਆ ਹੀ ਤੇ ਇਸ ਮਨ ਦੇ ਨਾਲ ਲੜਾਈ ਕਰ ਲਈ ਹੈ। ਇਹ ਮਨ ਜਿਹੜੇ ਕੰਮ ਤੋਂ ਬਾਗੀ ਹੋਵੇ ਇਹਦੇ ਤੋਂ ਧੱਕੇ ਨਾਲ ਉਹ ਕਰਾਇਆ ਜਾਵੇ ਤਾਂ ਇਹ ਸਾਡੇ ਦਾਅ ਹੇਠ ਆਏਗਾ। ਤਾਂ ਭਗਤ ਰਵਿਦਾਸ ਸਾਹਿਬ ਜੀ ਇਹ ਕਹਿੰਦੇ, ਦਾਤਾ ਤੂੰ ਤਰਸ ਕੀਤਾ ਹੈ, ਪਹਿਲਾਂ ਇਹ ਮਨ ਤੇਰੇ ਬਚਨਾਂ ਨਾਲ ਸਹਿਮਤ ਹੀ ਨਹੀਂ ਸੀ ਹੁੰਦਾ। ਅੱਜ ਐਸੇ ਲੋਕ ਹੁੰਦੇ ਨੇ ਜਿਹੜੇ ਗੁਰੂ ਕੀ ਬਾਣੀ ਨਾਲ ਸਹਿਮਤ ਨਹੀਂ ਹੁੰਦੇ। ਨਾ ਜੀ ਇਹ ਇੰਜ ਨਹੀਂ ਹੋ ਸਕਦਾ, ਇਤਿਹਾਸ ਦੀ ਘਟਨਾ ਸੁਣਾਓ, ਨਾ ਜੀ ਇੰਜ ਨਹੀਂ ਹੋ ਸਕਦਾ। ਤਾਂ ਭਗਤ ਸਾਹਿਬ ਜੀ ਕਹਿੰਦੇ ਨੇ ਤੇਰੇ ਬਚਨਾਂ ਦੇ ਨਾਲ ਮੇਰਾ ਮਨ ਜਿਹੜਾ ਉਹ ਮੰਨ ਗਿਆ। ਜਨ ਕੋ ਪੂਰਨ ਦੀਜੈ, ਹੁਣ ਦਾਤਾ ਮੈਨੂੰ ਪੂਰਨ ਅਵਸਥਾ ਦੇ, ਮੇਰੇ ਤੇ ਉਹ ਬਖਸ਼ਿਸ਼ ਕਰ, ਮੈਨੂੰ ਪੂਰਨ ਸਰੂਪ ਦੇ, ਮੈਨੂੰ ਅੰਦਰਲੀ ਉਹ ਪੂਰਨਤਾ ਦੇ।
ਮੈਨੂੰ ਪੂਰਾ ਕਰ ਦੇ। ਸੰਸਾਰ ਤੇ ਕੋਈ ਮਰੇ ਆਪਾਂ ਕਹਿੰਦੇ ਫਲਾਣਾ ਸੇ ਪੂਰਾ ਹੋ ਗਿਆ, ਪਰ ਦਾਤਾ ਮੈਨੂੰ ਜਿਉਂਦੇ ਜੀ ਆਪਣੇ ਅੰਦਰ ਅਭੇਦ ਕਰ ਲੈਣਾ ਕਰ, ਮੈਨੂੰ ਉਹ ਅਵਸਥਾ ਦੀ ਦਾਤ ਬਖਸ਼ ਦੇਣਾ ਕਰ। ਹਉ ਬਲ ਬਲ ਜਾਉ ਰਮਈਆ ਕਾਰਨੇ। ਐ ਮੇਰੇ ਅਕਾਲ ਪੁਰਖ ਪਰਮੇਸ਼ਰ, ਤੇਰੇ ਬੋਲਾਂ ਤੋਂ, ਤੇਰੇ ਬਚਨਾਂ ਤੋਂ, ਤੇਰੇ ਦਰਸ਼ਨਾਂ ਤੋਂ, ਤੇਰੀਆਂ ਬਖਸ਼ਿਸ਼ਾਂ ਤੋਂ ਮੈਂ ਬਲਿਹਾਰ, ਮੈਂ ਕੁਰਬਾਨ, ਮੈਂ ਲੱਖਾਂ ਵਾਰ ਸਦਕੇ ਤੇਰੇ ਇਹਨਾਂ ਬਚਨਾਂ ਤੋਂ ਜਾ ਰਿਹਾ ਹਾਂ। ਪਰ ਦਾਤਾ ਤੇਰੇ ਚਰਨਾਂ 'ਚ ਅਰਦਾਸ ਇਹ ਹੈ, ਕਾਰਨ ਕਵਨ ਅਬੋਲ। ਦਾਤਾ ਤੂੰ ਮੇਰੇ ਨਾਲ ਬੋਲਦਾ ਕਿਉਂ ਨਹੀਂ ਹੈ? ਤੇਰੇ ਬਚਨਾਂ ਨੂੰ ਸੁਣਨ ਵਾਸਤੇ ਤੇ ਮੇਰੇ ਅੰਦਰ ਇੱਕ ਤੜਫ ਬਣੀ ਹੈ। ਦੀਦਾਰ ਹੋ ਗਏ ਨੇ, ਪਰ ਦੀਦਾਰਾਂ ਤੋਂ ਅੱਗੇ ਹੁਣ ਤੇਰੇ ਬਚਨ ਵੀ ਤਾਂ ਸੁਣਨਾ ਹੀ ਚਾਹੁੰਦੇ ਆ ਨਾ। ਇਸ ਤਰ੍ਹਾਂ ਬੇਨਤੀ ਕਰਦੇ ਨੇ, ਰਹਾਓ ਠਹਿਰਾਓ ਦੇ ਕੇ ਫਿਰ ਕਿਰਪਾ ਕਰਕੇ ਭਗਤ ਰਵਿਦਾਸ ਸਾਹਿਬ ਜਿਹੜਾ ਤੀਜਾ ਤਰੀਕਾ ਸਾਨੂੰ ਸਮਝਾ ਰਹੇ। ਪਹਿਲਾ ਸੀਗਾ ਤੂੰ ਨਿਮਰਤਾ ਧਾਰਨ ਕਰੀ, ਤੈਨੂੰ ਮਾਲਕ ਦੀ ਬਖਸ਼ਿਸ਼ ਮਿਲੇਗੀ। ਦੂਜਾ, ਜਦੋਂ ਮਾਲਕ ਮਿਲ ਜਾਏ ਤਾਂ ਇਹ ਨਹੀਂ ਕਿ ਬਸ ਦਰਸ਼ਨ ਕੀਤੇ ਤੇ ਘਰ ਨੂੰ ਤੁਰ ਪਏ। ਇਸ ਪੰਕਤੀ 'ਚੋਂ ਜੇ ਇਸ਼ਾਰਾ ਕਰਾਂ ਤੇ ਇਹ ਹੈ ਕਿ ਦੇਖੋ, ਦਰਸ਼ਨ ਤੇ ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਸ ਵੇਲੇ ਹੋ ਰਹੇ, ਪਰ ਕੀ ਸਾਡੇ ਅੰਦਰ ਇਹ ਭਾਵਨਾ ਹੈ ਕਿ ਦਾਤਾ ਅਸੀਂ ਤੇਰੇ ਕੋਲ ਬੈਠੇ ਹਾਂ, ਤੂੰ ਕੋਈ ਚਾਰ ਗੱਲਾਂ ਤਾਂ ਸਾਡੇ ਨਾਲ ਕਰ? ਨਹੀਂ, ਅਸੀਂ ਇਹ ਕਵਾਂਗੇ ਵੀ ਅਸੀਂ ਆਪਸ 'ਚ ਬੈਠੇ ਹਾਂ, ਤੂੰ ਸੁਣਾ ਕੀ ਹਾਲ ਹੈ ਤੇ ਤੂੰ ਸੁਣਾ। ਕਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਅਸੀਂ ਇਕੱਲੇ ਬੈਠੇ ਹੋਈਏ, ਅਸੀਂ ਆਪਣੇ ਦੁੱਖ ਤੇ ਜ਼ਰੂਰ ਸੁਣਾ ਰਹੇ ਹੋਵਾਂਗੇ ਕਿ ਮੇਰੇ ਘਰ 'ਚ ਆਹ ਹੈ ਨਹੀਂ, ਮੇਰੇ ਘਰ 'ਚ ਉਹ ਹੈ ਨਹੀਂ। ਕਦੀ ਸਾਡੀ ਇਹ ਭਾਵਨਾ ਬਣਦੀ ਹੈ ਕਿ ਦਾਤਾ ਤੇਰੇ ਕੋਲ ਬੈਠੇ ਹਾਂ, ਤੂੰ ਕੋਈ ਸਾਨੂੰ ਆਪਣੇ ਬਚਨ ਸੁਣਾ, ਅਸੀਂ ਤੇਰੇ ਬਚਨ ਸੁਣਨ ਵਾਸਤੇ ਬੈਠੇ ਹਾਂ। ਮਾਫ ਕਰਿਓ, ਸਾਡੀ ਤੇ ਹਾਲਤ ਇਹ ਹੈ ਕਿਤੇ ਗੁਰੂ ਬਚਨ ਸੁਣਾਉਣ ਲੱਗ ਪਵੇ ਤੇ ਆਪਾਂ ਕਹਿੰਦੇ ਅੱਛਾ ਹੁਣ ਪਾਠ ਸ਼ੁਰੂ ਹੋ ਗਿਆ, ਹੁਣ ਆਹ ਗੱਲ ਸ਼ੁਰੂ ਹੋ ਗਈ। ਤਾਂ ਭਗਤ ਜੀ ਕਹਿੰਦੇ ਦਾਤਾ ਤੇਰੇ ਬਚਨ ਸੁਣਨ ਵਾਸਤੇ ਬੈਠਾ, ਪਰ ਤੂੰ ਮੇਰੇ ਨਾਲ ਬੋਲਦਾ ਕਿਉਂ ਨਹੀਂ? ਠਹਿਰਾਓ ਦੇ ਕੇ ਕਿਰਪਾ ਕਰ ਦੇ। ਬਹੁਤ ਜਨਮ ਵਿਛੁਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਦਾਤਾ ਇੱਕ ਜਨਮ ਦਾ ਵਿਛੋੜਾ ਥੋੜੀ ਹੈ ਕਿਤੇ, ਇਹ ਤਾਂ ਕੁਝ ਕਹਿ ਨਹੀਂ ਨਾ, ਕੋਈ ਗਿਣਤੀ ਥੋੜੀ ਵੀ ਮੈਂ ਇੰਨੇ, ਜੇ ਗਿਣਤੀ ਹੋਵੇ ਤੇ ਸ਼ਾਇਦ ਭਗਤ ਜੀ ਲਿਖ ਦਿੰਦੇ ਕਿ ਮੈਂ 10 ਸਾਲ 20 ਸਾਲ 50 ਸਾਲ 50 ਜਨਮ ਪਹਿਲਾਂ ਤੇਰੇ ਤੋਂ ਵਿਛੜਿਆ ਸੀ, 100 ਜਨਮ ਪਹਿਲਾਂ ਤੇਰੇ ਤੋਂ ਵਿਛੜਿਆ। ਕਹਿੰਦੇ ਬਹੁਤ ਜਨਮ, ਕੋਈ ਗਿਣਤੀ ਨਹੀਂ। ਕਿੰਨੀ ਵਾਰ ਇਸ ਸੰਸਾਰ ਤੇ ਕੀੜੇ ਮਕੌੜੇ ਬਣੇ, ਕਿੰਨੀ ਵਾਰ ਕੀ ਕੁਝ ਬਣੇ, ਪਰ ਨਹੀਂ। ਦੇਖੋ ਭਗਤ ਸਾਹਿਬ ਜੀ ਨੂੰ ਇਸ ਗੱਲ ਦੀ ਠੋਕਰ ਵੱਜੀ ਤੇ ਆਪਣੇ ਜਨਮ ਨੂੰ ਸਫਲਾ ਕਰਨ ਲਈ ਤਤਪਰ ਹੋ ਗਏ। ਮਾਫ ਕਰਿਓ, ਇੱਕ ਬੋਲ ਕਵਾਂ ਆਪ ਜੀ ਨੂੰ, ਸਾਨੂੰ ਵੀ ਪਤਾ ਹੈ ਵੀ ਅਸੀਂ ਪਰਮੇਸ਼ਰ ਤੋਂ ਵਿਛੜੇ ਹਾਂ, ਕਈ ਜਨਮ ਲੈ ਕੇ ਆਏ ਹਾਂ। ਤੁਹਾਨੂੰ ਵੀ ਪਤਾ ਹੈ ਕਿ ਆਪਾਂ ਪਰਮੇਸ਼ਰ ਤੋਂ ਵਿਛੜੇ ਹੋਏ ਹਾਂ, ਕਈ ਜਨਮ ਅਸੀਂ ਭਟਕੇ ਹਾਂ, ਪਰ ਉਹਦੀ ਪ੍ਰਾਪਤੀ ਲਈ ਕੋਸ਼ਿਸ਼ ਅਸੀਂ ਫਿਰ ਨਹੀਂ ਕਰਦੇ ਪਏ। ਇਹ ਸਾਡੀ ਇੱਕ ਬਦਨਸੀਬੀ ਹੈ, ਜਿਹਨੂੰ ਮੈਂ ਇਹ ਕਹਿਣਾ ਹੁੰਦਾ ਕਿ ਸੰਸਾਰੀ ਤੌਰ 'ਤੇ ਜਿਸ ਬੰਦੇ ਨੂੰ ਜਿਸ ਕੰਮ ਦੇ ਵਿੱਚੋਂ ਇੱਕ ਵਾਰ ਘਾਟਾ ਪੈ ਜੇ ਨਾ ਚੰਗਾ, ਤੇ ਉਹ ਕਹਿੰਦਾ ਹੁੰਦਾ ਵੀ ਮੈਂ ਦੁਬਾਰਾ ਇਹ ਗਲਤੀ ਨਹੀਂ ਕਰਾਂਗਾ, ਜੋ ਮਰਜ਼ੀ ਹੋ ਜੇ, ਮੈਂ ਹੋਰ ਸਭ ਕੁਝ ਕਰ ਲੂੰ ਪਰ ਆਹ ਗਲਤੀ ਨਹੀਂ ਦੁਬਾਰਾ ਕਰਾਂਗਾ। ਉਹਨੂੰ ਪੁੱਛੋ ਕਾਰਨ, ਉਹ ਕਹੇਗਾ ਵੀ ਇਹ ਗਲਤੀ ਕਰਨ ਨਾਲ ਮੈਨੂੰ ਇੱਕ ਇੰਨੇ ਲੱਖ ਦਾ ਘਾਟਾ ਪੈ ਗਿਆ ਸੀਗਾ, ਮੈਂ ਇਹ ਗਲਤੀ ਨਹੀਂ ਦੁਬਾਰਾ ਕਰਾਂਗਾ। ਤੇ ਪਰ ਸਾਨੂੰ ਨਾਮ ਨਾ ਜਪਣ ਕਰਕੇ ਕਿੰਨੇ ਵੱਡੇ ਅੱਜ ਤੱਕ ਘਾਟੇ ਪਏ ਆ। ਮਾੜੀ ਮੋਟੀ ਤੇ ਗੱਲ ਹੈ ਨਹੀਂ ਨਾ। ਐਡਾ ਅਮੁੱਲਕ ਜਨਮ ਹਰ ਵਾਰ ਸਾਨੂੰ ਮਿਲਿਆ, ਹਰ ਵਾਰ ਅਸੀਂ ਅਜਾਈ ਗਵਾਇਆ, ਹਰ ਵਾਰ ਸਾਨੂੰ ਮਿਲਿਆ, ਹਰ ਵਾਰ ਅਸੀਂ ਅਜਾਈ ਗਵਾਇਆ। ਭਾਵ ਇਹ ਹੈ ਕਿ ਜਿਸ ਗਲਤੀ ਕਰਕੇ ਇੰਨਾ ਵੱਡਾ ਘਾਟਾ ਸੰਸਾਰ ਤੇ ਪਵੇ, ਆਪਾਂ ਸੁਚੇਤ ਹੋ ਜਾਂਦੇ ਹਾਂ, ਤੇ ਜਿਸ ਗਲਤੀ ਕਰਕੇ ਸਾਡਾ ਸਾਰੇ ਦਾ ਸਾਰਾ ਜਨਮ ਹੀ ਅਜਾਈ ਜਾ ਰਿਹਾ ਹੈ, ਕਿ ਅਸੀਂ ਸੁਚੇਤ ਹੋਏ, ਕਿ ਅਸੀਂ ਬੰਦਗੀ ਵਾਲੇ ਰਾਹ ਤੁਰੇ, ਕਿ ਅਸੀਂ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਵਾਸਤੇ ਕੋਈ ਹੱਥ ਪੈਰ ਮਾਰਿਆ? ਨਹੀਂ, ਅਸੀਂ ਬਿਲਕੁਲ ਅਵੇਸਲੇ ਹਾਂ, ਅਸੀਂ ਲਾਪਰਵਾਹ ਹੋ ਚੁੱਕੇ ਹਾਂ ਆਪਣੀ ਜ਼ਿੰਦਗੀ ਪ੍ਰਤੀ। ਬੇਪਰਵਾਹੀ ਹੋਰ ਚੀਜ਼ ਹੁੰਦੀ ਹੈ, ਅਸੀਂ ਲਾਪਰਵਾਹ ਹਾਂ ਆਪਣੀ ਜ਼ਿੰਦਗੀ ਦੇ ਪ੍ਰਤੀ। ਤਾਂ ਭਗਤ ਜੀ ਕਹਿੰਦੇ ਦਾਤਾ ਬੜੇ ਜਨਮ ਤੇਰੇ ਤੋਂ ਵਿਛੜਿਆਂ ਬਤੀਤ ਹੋ ਗਏ, ਪਰ ਹੁਣ ਆਹ ਜਿਹੜਾ ਜਨਮ ਤੂੰ ਦਿੱਤਾ ਹੈ ਨਾ, ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ, ਇਹ ਤੇਰੀ ਬਰੀਆ। ਪਰਮੇਸ਼ਰ ਨੂੰ ਮਿਲਣ ਦੇ ਵਾਸਤੇ ਇਹ ਤੈਨੂੰ ਜੀਵਨ ਮਿਲਿਆ। ਆਹ ਸੰਸਾਰ, ਆਹ ਪਰਿਵਾਰ, ਪਦਾਰਥ ਪਹਿਲਾਂ ਵੀ ਸਭ ਕੁਝ ਸੀ ਤੇਰੇ ਕੋਲ। ਥੋੜ੍ਹਾ ਜਿਹਾ ਪਿਛਾਂ ਨਿਗਾਹ ਮਾਰੀ ਕਦੀ ਬੈਠਾ ਬੈਠਾ, ਬੜਾ ਕੁਝ ਭੋਗ ਕੇ ਆਇਆ, ਬੜਾ ਕੁਝ ਖਾ ਪੀ ਕੇ ਆਇਆ, ਬੜੇ ਸੁੱਖ ਹੰਢਾ ਕੇ ਆਇਆ। ਤੂੰ ਤਰਸ ਕੀਤਾ ਮਾਲਕ ਨੇ ਤੇਰੇ ਤੇ, ਤੈਨੂੰ ਫਿਰ ਇਹ ਜਿਹੜੀ ਦੇਹ ਹੀ ਦੇ ਦਿੱਤੀ ਹੈ। ਇਹ ਤਾਂ ਇੰਜ ਹੈ ਜਿਵੇਂ ਕੋਈ ਖਿਡਾਰੀ ਮੈਦਾਨ ਦੇ ਵਿੱਚ ਜਾਵੇ ਤੇ ਉਹ ਪਹਿਲੀ ਵਾਰ ਆਪਣੀ ਪਰਫਾਰਮੈਂਸ ਚੰਗੀ ਨਾ ਦੇਵੇ ਤੇ ਉਹਨੂੰ ਬਾਹਰ ਕੱਢ ਦੇ। ਉਸ ਤੋਂ ਬਾਅਦ ਫਿਰ ਕਿਤੇ ਉਹਨਾਂ ਅਧਿਕਾਰੀਆਂ ਨੂੰ ਤਰਸ ਆ ਜੇ, ਪ੍ਰਬੰਧਕਾਂ ਨੂੰ, ਤੇ ਕਹਿੰਦੇ ਚੱਲ ਇੱਕ ਮੌਕਾ ਹੋਰ ਦੇ ਦਿਓ। ਤੇ ਦੂਜੀ ਵਾਰ ਕਦੀ ਖਿਡਾਰੀਆਂ ਨੂੰ ਵੇਖਿਓ, ਕੋਈ ਰੇਡਰ ਹੋਵੇ ਜਾਂ ਕੋਈ, ਉਹ ਅੱਡੀ ਚੋਟੀ ਦਾ ਜ਼ੋਰ ਲਾ ਦਿੰਦਾ ਵੀ ਮਸਾਂ ਮੈਨੂੰ ਮੌਕਾ ਮਿਲਿਆ
ਆਪਣੀ ਪਰਫਾਰਮੈਂਸ ਕਰਨ ਦਾ, ਪ੍ਰਦਰਸ਼ਨ ਕਰਨ ਦਾ, ਹੁਣ ਨਹੀਂ ਮੈਂ ਪਿਛਾਂਹ ਹਟਦਾ। ਰੱਬ ਨਾ ਕਰੇ ਦੂਜੀ ਵਾਰ ਵੀ ਕਿਤੇ ਖੁੰਝ ਜੇ ਤੇ ਫਿਰ ਉਹਨੂੰ ਕਹਿੰਦੇ ਹੁੰਦੇ ਵੀ ਤੀਜਾ ਚਾਂਸ ਤੈਨੂੰ ਅਖੀਰਲਾ ਦਿੱਤਾ ਹੀ, ਤੇ ਹੁਣ ਜੋ ਤੇਰੇ ਤੋਂ ਹੁੰਦਾ ਕਰ ਲੈ, ਇਸ ਤੋਂ ਬਾਅਦ ਅਸੀਂ ਮੈਦਾਨ 'ਚ ਨਹੀਂ ਵੜਨ ਦੇਵਾਂਗੇ। ਤੇ ਫਿਰ ਉਹ ਜਾਨ ਲਾ ਦਿੰਦਾ ਵੀ ਹੁਣ ਮੈਂ ਜਿੱਤ ਕੇ ਪਿਛਾਂਹ ਮੁੜਾਂ। ਤੇ ਸੰਸਾਰੀ ਲੋਕ ਤੇ 3 ਚਾਂਸ ਦਿੰਦੇ ਨੇ ਨਾ ਵੀ ਇਸ ਤੋਂ ਬਾਅਦ ਤੈਨੂੰ ਬਾਹਰ ਕਰ ਦੇਣਾ, ਤੈਨੂੰ ਆਊਟ ਕਰ ਦੇਣਾ। ਪਰ ਗੁਰਮੁਖੋ ਕਦੀ ਸੋਚੋ ਕਿ ਗੁਰੂ ਸਾਡੇ ਤੇ ਕਿੰਨਾ ਦਿਆਲ ਹੈ, ਹਰ ਵਾਰ ਹੀ ਸਾਨੂੰ ਚਾਂਸ ਦੇਈ ਜਾਂਦਾ ਹੈ ਵੀ ਮੈਂ ਤੈਨੂੰ ਪਹਿਲਾਂ ਵੀ ਦੇ ਹੀ ਦਿੱਤੀ, ਤੂੰ ਉਦੋਂ ਵੀ ਨਹੀਂ ਸਾਂਭੀ। ਮੈਂ ਪਹਿਲਾਂ ਵੀ ਤੈਨੂੰ ਜੀਵਨ ਦਿੱਤਾ, ਤੂੰ ਉਦੋਂ ਵੀ ਅਜਾਈਂ ਗਵਾਇਆ। ਲੈ ਮੈਂ ਤੈਨੂੰ ਫਿਰ ਤੇਰੇ ਤੇ ਤਰਸ ਕਰਕੇ ਫਿਰ ਜੀਵਨ ਦੇ ਦਿੱਤਾ ਵੀ ਸ਼ਾਇਦ ਇਸ ਵਾਰ ਤੂੰ ਸਫਲ ਹੋ ਜਾਵੇਂ। ਐਸਾ ਇਸੇ ਨੂੰ ਤਾਂ ਭਗਤ ਜੀ ਕਹਿੰਦੇ ਦਇਆਲ ਨਾ ਤੁਮ ਸਰ, ਕਿ ਤੇਰੇ ਵਰਗਾ ਦਿਆਲੂ ਕੋਈ ਲੱਭਣਾ। ਜਿਵੇਂ ਇੱਕ ਪਿਤਾ ਬੱਚੇ ਨੂੰ 10 ਰੁਪਈਏ ਦੇਵੇ, ਉਹ ਗਵਾ ਕੇ ਆ ਜੇ ਤੇ ਫਿਰ ਕਵੇ ਵੀ ਪਿਤਾ ਜੀ ਗਵਾਚ ਗਏ, ਤੇ ਉਹ ਫਿਰ ਕਵੇ ਵੀ ਚੱਲ 10 ਹੋਰ ਲੈ ਜਾ, ਤੇ ਉਹ ਫਿਰ ਬਾਹਰ ਜਾ ਕੇ ਸੁੱਟ ਕੇ ਆ ਜਾਏ, ਤੇ ਦੂਜੀ ਵਾਰ ਕਵੇ ਤੇ ਪਿਓ ਕਵੇਗਾ ਵੀ ਹੁਣ ਨਹੀਂ ਮਿਲਣੇ। ਉਹ ਤਰਲ ਮਿੰਨਤਾਂ ਕਰਕੇ ਤੀਜੀ ਚੌਥੀ ਵਾਰ ਸ਼ਾਇਦ ਲੈ ਲੇ, ਪਰ ਉਦੋਂ ਬਾਅਦ ਸ਼ਾਇਦ ਉਹ 'ਤੇ ਪੱਕੀ ਪਾਬੰਦੀ ਲੱਗ ਜਾਏਗੀ ਵੀ ਅੱਜ ਤੋਂ ਬਾਅਦ ਤੈਨੂੰ ਧੇਲੀ ਨਹੀਂ ਮਿਲਣੀ। ਕਿਉਂ? ਕਿਉਂਕਿ ਤੈਨੂੰ ਜਦੋਂ ਪੈਸੇ ਫੜਾਓ ਤੂੰ ਉਦੋਂ ਹੀ ਗਵਾ ਕੇ ਆ ਜਾਣਾ। ਦੁਨਿਆਵੀ ਲੋਕ 2-4 ਚਾਂਸ ਦਿੰਦੇ ਨੇ, ਇਸ ਤੋਂ ਵੱਧ ਨਹੀਂ। ਪਰ ਗੁਰਮੁਖੋ ਕਦੀ ਸੋਚੋ ਪਰਮੇਸ਼ਰ ਸਾਨੂੰ ਕਿੰਨੇ ਚਾਂਸ ਦੇ ਰਿਹਾ, ਹਰ ਵਾਰ ਸਾਨੂੰ ਮਨੁੱਖਾ ਦੇ ਹੀ ਦੇ ਰਿਹਾ। ਕਾਰਨ ਉਹਨੂੰ ਸਾਡੇ ਤੇ ਤਰਸ ਆਉਂਦਾ ਹੈ ਵੀ ਕਿਤੇ ਨਾ ਕਿਤੇ ਤਾਂ ਸਫਲ ਹੋਣਗੇ, ਕਦੀ ਨਾ ਕਦੀ ਤਾਂ ਮੇਰੇ ਤੱਕ ਪਹੁੰਚਣਗੇ, ਕਦੀ ਨਾ ਕਦੀ ਤਾਂ ਮੇਰੇ ਅੰਦਰ ਅਪੇਦ ਹੋਣਗੇ। ਤਾਂ ਭਗਤ ਸਾਹਿਬ ਕਹਿੰਦੇ ਦਾਤਾ ਬੜੇ ਜਨਮਾਂ ਦੇ ਤੇਰੇ ਤੋਂ ਵਿਛੜੇ ਆ, ਪਰ ਤੂੰ ਤਰਸ ਕੀਤਾ, ਆਹ ਜਨਮ ਹੁਣ ਅਸੀਂ ਤੇਰੇ ਲੇਖੇ ਲਾ ਦਿੱਤਾ ਹੈ। ਬਸ ਹੁਣ ਇੱਕ ਅਖੀਰਲੀ ਬੇਨਤੀ ਤੇਰੇ ਚਰਨਾਂ ਵਿੱਚ, ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ। ਬਸ ਦਾਤਾ ਹੁਣ ਇੱਕ ਆਸ ਦੇ ਭਰੋਸੇ ਜਿਉਂਦੇ ਆ ਕਿ ਕਈ ਜਨਮ ਤੇਰੇ ਦਰਸ਼ਨਾਂ ਤੋਂ ਬਿਨਾਂ ਬਤੀਤ ਹੋ ਗਏ ਨੇ, ਪਰ ਇਸ ਜਨਮ ਦੇ ਅੰਦਰ ਜਿਵੇਂ ਬਾਬਾ ਫਰੀਦ ਜੀ ਨੇ ਉਸ ਕਾਂ ਨੂੰ ਇਹੀ ਕਿਹਾ ਸੀ ਨਾ, ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਕਿ ਹਾਲੇ ਮੇਰੇ ਅੰਦਰ ਆਸ ਹੈ ਕਿ ਮੈਨੂੰ ਮਿਲ ਜਾਏਗਾ। ਬਸ ਭਗਤ ਰਵਿਦਾਸ ਜੀ ਕਹਿੰਦੇ ਮੈਂ ਇਸੇ ਆਸ ਦੇ ਭਰੋਸੇ ਤੇ ਜਿਉਂਦਾ ਹਾਂ ਕਿ ਮੈਨੂੰ ਚਿਰ ਹੋ ਗਿਆ ਤੇਰੇ ਦੀਦਾਰ ਕੀਤਿਆਂ ਨੂੰ, ਤੇ ਦਾਤਾ ਇਸ ਜਨਮ ਦੇ ਵਿੱਚ ਤੂੰ ਬਖਸ਼ਿਸ਼ ਕਰ ਕਿ ਮੇਰੀ ਤੇ ਤੇਰੀ ਅਭੇਦਤਾ ਹੋ ਜਾਵੇ, ਮੇਰਾ ਮਨੁੱਖਾ ਜਨਮ ਜਿਹੜਾ ਉਹ ਸਫਲ ਹੋ ਜਾਵੇ। ਤੇ ਬਹੁਰ ਹਮ ਕਾਹੇ ਆਵਹਿੰਗੇ, ਅਸੀਂ ਪਰਤ ਕੇ ਫਿਰ ਸੰਸਾਰ ਤੇ ਨਾ ਆਈਏ, ਤੇਰਾ ਤੇ ਸਾਡਾ ਜਿਹੜਾ ਮਿਲਾਪ ਹੋ ਜਾਏ ਤੇ ਵਿਛੋੜਾ ਜਿਹੜਾ ਖਤਮ ਹੋ ਜਾਵੇ। ਇਹ ਭਗਤ ਰਵਿਦਾਸ ਸਾਹਿਬ ਜੀ ਦੇ ਮੁਬਾਰਕ ਬਚਨ ਸੀ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਹਨਾਂ ਪਾਵਨ ਅਸਥਾਨਾਂ ਤੋਂ ਸਿੰਘਾਸਨਾਪੁਰ ਸੁਭਾਇਮਾਨ ਹੋ ਕੇ ਬਖਸ਼ੇ ਨੇ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਮਹਾਰਾਜ ਸਾਹਿਬ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭਨਾਂ ਦੀਆਂ ਭਾਵਨਾ ਪੂਰੀਆਂ ਕਰਨ, ਆਪਣੀਆਂ ਬਖਸ਼ਿਸ਼ਾਂ ਮੇਰਾਮਤਾਂ ਨਾਲ ਨਿਵਾਜਣਾ ਕਰਨ। ਬਹੁਤ ਜਨਮ ਵਿਛੋਰੇ ਤੇ ਮਾਧੋ, ਇਹੋ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਮ